हिस्टोरिक मूवमेंट सी होती है जी। हाँ जी, आप 71 की गल कर रहे हैं। थैंक यू सर, थैंक यू। साडे सारे लिए बहुत ही खुशी के नाल अज कोई आया साडे वेड़े
ਟੁੱਕਣ ਚੰਨ ਤਾਰੇ ਤੇ ਸੂਰਜ ਹੋ ਨੇੜੇ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਮਾਣ ਦੀ ਗੱਲ ਕਿ ਸਾਡੇ ਵਿਹੜੇ ਅੱਜ ਮਹਿਮਾਨ ਆਏ ਨੇ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮਾਰਕਫੈਡ ਬਨਸਪਤੀ ਅਤੇ ਅਲਾਈਡ ਇੰਡਸਟਰੀ ਖੰਨਾ ਦੇ ਵਿਹੜੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕੋਟਲੀ ਜੀ ਪੂਰੇ ਮਾਈਂਡਸੈਟ ਜਿਹਾ ਹੋਵੇ। ਅੱਜ ਕੋਈ ਆਇਆ ਸਾਡੇ ਵਿਹੜੇ ਢੁੱਕਣ ਚੰਨ ਤਾਰੇ ਤੇ ਸੂਰਜ ਹੋ ਨੇੜੇ ਚਿਹਰਿਆਂ ਤੇ ਲੈ ਕੇ ਮੁਸਕਾਨ ਆਏ ਨੇ। ਸਾਡੇ ਵਿਹੜੇ ਅੱਜ ਮਹਿਮਾਨ ਆਏ ਨੇ। ਸਾਡੇ ਲਈ ਬਹੁਤ ਖੁਸ਼ੀਆਂ ਭਰੇ ਪਲ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਕੋਟਲੀ ਜੀ ਮਾਨਯੋਗ ਕੈਬਨਿਟ ਮੰਤਰੀ ਜੀ ਇੰਡਸਟਰੀ ਤੇ ਕਮਰਸ ਸਾਇੰਸ ਅਤੇ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਉਹ ਸਾਡੇ ਵਿੱਚ ਮੁੱਖ ਮਹਿਮਾਨ ਜੀ ਪਹੁੰਚੇ ਨੇ। ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਲਕਾ ਵਿਧਾਇਕ ਪਾਇਲ ਤੋਂ ਸਰਦਾਰ ਲਖਵੀਰ ਸਿੰਘ ਲੱਖਾ ਜੀ ਉਹ ਵੀ ਸਾਡੇ ਵਿੱਚ ਪਹੁੰਚੇ ਨੇ। ਉਹਨਾਂ ਨੂੰ ਵੀ ਅਸੀਂ ਹਾਰਦਿਕ ਜੀ ਆਇਆਂ ਆਖਦੇ ਹਾਂ। ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਜੀ IAS ਸਾਹਿਬ ਉਹ ਵੀ ਸਾਡੇ ਵਿੱਚ ਸ਼ਾਮਲ ਨੇ। MD ਸਰਦਾਰ ਜਾਗਵਿੰਦਰ ਸਿੰਘ ਜੰਡਿਆਲੀ ਜੀ ਉਹ ਵੀ ਸਾਡੇ ਵਿੱਚ ਸ਼ਾਮਲ ਨੇ। ਅਸੀਂ ਇਹਨਾਂ ਸਾਰੀਆਂ ਹੀ ਸ਼ਖਸੀਅਤਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਜੀ ਆਇਆਂ ਆਖਦੇ ਹਾਂ। ਉਹਨਾਂ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਅੱਜ ਜੋ ਨਵੇਂ ਪਲਾਂਟ ਦਾ ਇਹਨਾਂ ਨੇ ਨੀਂਹ ਪੱਥਰ ਰੱਖਿਆ ਹੈ ਸੋ ਇਹਨਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਇਹਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ ਕਿਉਂਕਿ 1970 ਤੋਂ ਚੱਲ ਰਿਹਾ ਇਹ ਪਲਾਂਟ ਜਿਸ ਦੇ ਸਾਰੇ ਹੀ ਆਪਾਂ ਉਤਪਾਦ ਬਣੇ ਹੋਏ ਵਰਤਦੇ ਰਹੇ ਹਾਂ। ਮੇਰਾ ਖਿਆਲ ਹੈ ਸਾਡੇ ਮਾਨਯੋਗ ਮੁੱਖ ਮਹਿਮਾਨ ਜੀ ਹੋਣੀ ਵੀ ਜਾਣਦੇ ਹੋਣਗੇ ਉਹ ਤਸਵੀਰ ਨੂੰ ਜਿਹੜਾ ਕਿ ਘਿਓ ਵਾਲਾ ਪ੍ਰੋਡਕਟ ਹੁੰਦਾ ਸੀ ਮਾਰਕਫੈਡ ਦਾ ਜਿਹਦੇ ਉੱਤੇ ਬਹੁਤ ਸੋਹਣੀ ਤਸਵੀਰ ਬਣੀ ਹੁੰਦੀ ਸੀ ਮੋਰ ਵਾਲੀ ਤੇ ਸਾਡੇ ਪੰਜਾਬੀ ਪਹਿਰਾਵੇ ਵਾਲੀ। ਸੋ ਜੇ ਆਪਾਂ ਸਾਡੇ ਮੁੱਖ ਮਹਿਮਾਨ ਜੀ ਬਾਰੇ ਗੱਲ ਕਰੀਏ ਸਰਦਾਰ ਗੁਰਪ੍ਰੀਤ ਸਿੰਘ ਕੋਟਲੀ ਜੀ ਸਰਦਾਰ ਬੇਅੰਤ ਸਿੰਘ ਜੀ ਮੁੱਖ ਮੰਤਰੀ ਹੋਰਾਂ ਦੇ ਪੋਤਰੇ ਜਿਨ੍ਹਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਆ ਜਿਨ੍ਹਾਂ ਦੇ ਪਰਿਵਾਰ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਲਈ ਪੰਜਾਬ ਦੀ ਸ਼ਾਨ ਲਈ ਪੰਜਾਬ ਦੀ ਅਣਖ ਲਈ। ਸੋ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਲਈ। ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ। ਅਸੀਂ ਉਹਨਾਂ ਨੂੰ ਹਾਰਦਿਕ ਜੀ ਆਇਆਂ ਆਖਦੇ ਹਾਂ। ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਕਿ ਮਾਰਕਫੈਡ ਬਨਸਪਤੀ ਅਤੇ ਅਲਾਈਡ ਇੰਡਸਟਰੀ ਖੰਨਾ ਵਿਖੇ ਹੋ ਰਿਹਾ ਹੈ ਇਸ ਦੇ ਵਿੱਚ 1970 ਤੋਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਇੱਥੇ ਜੋ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ। ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ ਹੋਰੀ ਸਾਨੂੰ ਦੱਸਣਗੇ ਕਿ ਮਾਰਕਫੈਡ ਤੇ ਸਹਿਕਾਰਤਾ ਵੱਲੋਂ ਜੋ ਯੋਗਦਾਨ ਪਾਇਆ ਜਾਵੇ। ਇਸ ਖੁਸ਼ਨੁਮਾ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਗੁਰਕੀਰਤ ਸਿੰਘ ਜੀ ਕੋਟਲੀ ਕੈਬਨਿਟ ਮੰਤਰੀ MLA ਸਾਹਿਬ ਮਾਰਕਫੈਡ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਮਾਰਕਫੈਡ ਦੇ MD ਸ਼੍ਰੀ ਵਰੁਣ ਰੋਜਨ ਜੀ IAS ਅਤੇ ਹੋਰ ਸਾਰੀਆਂ ਮਾਣਮੱਤੀਆਂ ਸ਼ਖਸੀਅਤਾਂ ਨੂੰ ਮੇਰੇ ਗੁਰਪ੍ਰੀਤ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਅੱਜ ਇੱਥੇ ਬਿਰਾਜੀ ਹੋਈ ਹਰ ਸ਼ਖਸੀਅਤ ਬਹੁਤ ਬਹੁਤ ਵਧਾਈ ਦੀ ਪਾਤਰ ਹੈ ਕਿਉਂਕਿ ਅਸੀਂ ਸਾਰੇ ਅੱਜ ਇੱਕ ਐਸੇ ਮੌਕੇ ਨੂੰ ਵਿਟਨੈਸ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸਹਿਕਾਰਤਾ ਇੱਕ ਆਪਣੀ ਬਹੁਤ ਵੱਡੀ ਪੁਲਾਂਘ ਜਿਹੜੀ ਹੈ ਪੁੱਟਣ ਜਾ ਰਿਹਾ ਹੈ। ਗੱਲ ਕਰੀਏ ਸਹਿਕਾਰਤਾ ਦੀ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਪਿੱਛੇ ਲੈ ਕੇ ਜਾਵਾਂਗਾ। ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਇੱਕ ਬਹੁਤ ਹੀ ਅਹਿਮ ਜਿਹੜਾ ਹਿੱਸਾ ਸਾਨੂੰ ਛੂਹਣ ਦੀ ਲੋੜ ਸੀ ਉਹ ਸੀ ਲੋਕਾਂ ਨੂੰ ਸਰਕਾਰ ਦੇ ਨਾਲ ਜੋੜਨਾ ਤੇ ਸਰਕਾਰ ਨੂੰ ਲੋਕਾਂ ਦੇ ਨਾਲ ਜੋੜਨਾ। ਇਸੇ ਲਹਿਰ ਨੂੰ ਹੁਲਾਰਾ ਦੇਣ ਦੇ ਲਈ ਸਹਿਕਾਰਤਾ ਜਿਹੜੀ ਸੀ ਉਹ ਹੋਂਦ ਵਿੱਚ ਆਈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦਿਆਂ ਕਿ ਆਜ਼ਾਦੀ ਦੇ ਇੰਨੇ ਦਹਾਕਿਆਂ ਤੋਂ ਬਾਅਦ ਸਹਿਕਾਰਤਾ ਜਿਸ ਮੁਹਿੰਮ ਦੇ ਉਦੇਸ਼ ਦੇ ਨਾਲ ਸ਼ੁਰੂ ਕੀਤੀ ਗਈ ਸੀ ਇਹਨੂੰ ਸਾਰ ਕਰਨ ਦੇ ਵਿੱਚ ਇਹਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਤੇ ਸਹਿਕਾਰਤਾ ਆਪਣੇ ਆਪ ਦੇ ਵਿੱਚ ਜਿਹੜੀ ਕਿ ਇੱਕ ਲਹਿਰ ਬਣ ਕੇ ਤੁਰੀ ਸੀ ਅੱਜ ਘਰ ਘਰ ਤੱਕ ਪਹੁੰਚ ਗਈ ਹੈ। ਸਹਿਕਾਰਤਾ ਦੀ ਜੇਕਰ ਪੰਜਾਬ ਨੂੰ ਦੇਣ ਜਾਂ ਇਸ ਦੇਸ਼ ਨੂੰ ਦੇਣ ਦੀ ਗੱਲ ਕੀਤੀ ਜਾਵੇ ਤਾਂ ਅੱਜ ਜੇਕਰ ਕਿਸੇ ਤਰੀਕੇ ਦੇ ਨਾਲ ਬਹੁਤ ਹੀ ਮਿਆਰੀ ਬਹੁਤ ਹੀ ਗੁਣਵੱਤਾ ਵਾਲੇ ਤੇ ਬਹੁਤ ਹੀ ਧਰਤੀ ਨਾਲ ਜੁੜੇ ਹੋਏ ਤਰੀਕੇ ਦੇ ਨਾਲ ਉਤਪਾਦਾਂ ਨੂੰ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਉਹਦੇ ਵਿੱਚ ਸਹਿਕਾਰਤਾ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਕਦੀ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਹਿਕਾਰਤਾ ਦੀ ਗੱਲ ਕਰਦਿਆਂ ਮੈਨੂੰ ਯਾਦ ਆਉਂਦਾ ਹੈ ਮਾਰਕਫੈਡ ਜਿੱਥੇ ਅੱਜ ਸਾਰੇ ਅਸੀਂ ਜੁੜ ਬੈਠੇ ਹਾਂ।
ਤੇ ਯਕੀਨ ਮੰਨਿਓ ਤੁਹਾਡੀਆਂ ਸਾਰੀਆਂ ਸ਼ਖਸੀਅਤਾਂ ਦੇ ਰੂਬਰੂ ਹੋ ਕੇ ਇੰਨਾ ਚੰਗਾ ਲੱਗ ਰਿਹਾ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਹਿੰਦਿਆਂ ਹੋਇਆ ਕਿ ਮਾਰਕਫੈਡ ਦੇ ਇਸ ਪਲਾਂਟ ਨੂੰ ਅਜੇ ਹੋਰ ਭਾਗ ਲੱਗੇ ਨੇ। ਮਾਰਕਫੈਡ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਮਾਰਕਫੈਡ ਇੱਕ ਕੋਆਪਰੇਟਿਵ ਸੁਸਾਇਟੀ ਦੇ ਵਜੋਂ 1954 ਦੇ ਵਿੱਚ ਹੋਂਦ ਵਿੱਚ ਆਈ ਸੀ ਤੇ ਮਾਰਕਫੈਡ ਨੇ ਆਪਣਾ ਜਿਹੜਾ ਕੰਮ ਸੀ ਉਹ ਸਿਰਫ 13 ਮੈਂਬਰਾਂ ਨਾਲ 54,000 ਰੁਪਏ ਮਹਿਜ਼ ਦੀ ਜਿਹੜੀ ਸ਼ੇਅਰ ਕੈਪੀਟਲ ਹੈ ਉਹਦੇ ਨਾਲ ਸ਼ੁਰੂ ਕੀਤਾ ਸੀ ਤੇ ਅੱਜ ਇਸ ਚੀਜ਼ ਦੀ ਕੋਈ ਗਵਾਹੀ ਭਰਨ ਦੀ ਲੋੜ ਨਹੀਂ ਕਿ ਮਾਰਕਫੈਡ ਜਿਸ ਸਕੇਲ ਤੇ ਅੱਜ ਕੰਮ ਕਰ ਰਹੀ ਹੈ ਇਹਨੇ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਹੈ ਉਹ ਤਰੱਕੀ ਕੀਤੀ ਹੈ ਤੇ ਇਹਨਾਂ ਲੀਹਾਂ ਨੂੰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਮੇਸ਼ਾ ਮਾਰਕਫੈਡ ਜਿਹੜੀ ਹੈ ਉਹ ਸਾਡੀ ਮੌਜੂਦਾ ਸਰਕਾਰ ਸਾਡੇ ਕੈਬਨਿਟ ਮੰਤਰੀਆਂ ਸਾਡੇ ਉਪ ਮੁੱਖ ਮੰਤਰੀ ਜੀ ਦੀ ਰਹਿਨੁਮਾਈ ਦੇ ਵਿੱਚ ਹੋਰ ਯੋਗਦਾਨ ਜਿਹੜੀ ਹੈ ਉਹ ਪਾਏਗੀ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ। ਅੱਜ ਮਾਰਕਫੈਡ ਆਪਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੈਲੇ ਹੋਏ ਜ਼ਿਲ੍ਹਾ ਦਫ਼ਤਰਾਂ ਰਾਹੀਂ ਆਪਣੇ ਸਾਰੇ ਪਲਾਂਟਾਂ ਜਿਨ੍ਹਾਂ ਦੇ ਵਿੱਚ ਮਾਰਕਫੈਡ ਕੈਨਰੀਜ਼ ਜਲੰਧਰ, ਮਾਰਕਫੈਡ ਕੈਟਲ ਫੀਡ ਪਲਾਂਟ ਕਪੂਰਥਲਾ ਅਤੇ ਗਿੱਦੜਬਾਹਾ, ਮਾਰਕਫੈਡ ਐਗਰੋਕੈਮੀਕਲਸ ਪਲਾਂਟ ਮੋਹਾਲੀ, MRM ਨਵਾਂ ਸ਼ਹਿਰ, ਇਹਨਾਂ ਸਾਰਿਆਂ ਦੇ ਜਿਹੜੇ ISI ਮਾਰਕਾ ਵਾਲੇ ਗੁਣਵੱਤਾ ਵਾਲੇ ਉਤਪਾਦ ਨੇ ਉਹਨਾਂ ਨੂੰ ਹਰ ਪਿੰਡ ਤੱਕ ਪਹੁੰਚਾ ਰਹੇ ਨੇ ਤੇ ਅੱਜ ਇਸੇ ਚੀਜ਼ ਦੇ ਅਸੀਂ ਸਾਰੇ ਸਾਖੀ ਬਣ ਰਹੇ ਹਾਂ ਜਦੋਂ ਮਾਰਕਫੈਡ ਦਾ ਇੱਕ ਖੰਨਾ ਪਲਾਂਟ ਜਿਹੜਾ ਹੈ ਉਹਦੇ ਵਿੱਚ ਇੱਕ ਨਵਾਂ ਨੀਂਹ ਪੱਥਰ ਸਾਡੇ ਮਾਣਯੋਗ ਮੁੱਖ ਮਹਿਮਾਨ ਜੀ ਆਪਣੇ ਕਾਰਕਮਲਾਂ ਨਾਲ ਰੱਖਣ ਜਾ ਰਹੇ ਹਨ ਔਰ ਮਾਰਕਫੈਡ ਜਿਨ੍ਹਾਂ ਦੂਰ ਅੰਦੇਸ਼ੀਆਂ ਨੂੰ ਲੈ ਕੇ ਤੁਰਦੀ ਪਈ ਸੀ ਉਹਦੇ ਵਿੱਚ ਹੋਰ ਵਾਧਾ ਹੋਣ ਜਾ ਰਿਹਾ। ਮੈਂ ਸਟੇਜ ਦਾ ਲਾਹਾ ਲੈਂਦੇ ਹੋਏ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਤੁਹਾਡੇ ਸਾਰਿਆਂ ਨਾਲ ਇਹ ਚੀਜ਼ ਸਾਂਝੀ ਕਰਦਿਆਂ ਹੋਇਆਂ ਕਿ ਮਾਰਕਫੈਡ ਨੇ ਆਪਣੇ ਜਿਹੜੇ ਪਲਾਂਟਾਂ ਦਾ ਸਫ਼ਰ ਇੰਨਾ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ ਜਦੋਂ ਵੀ ਚਾਹੇ ਕਿਸੇ ਟੈਕਨੋਲੋਜੀਕਲ ਅਪਗ੍ਰੇਡੇਸ਼ਨ ਕਰਕੇ ਜਾਂ ਵਧਦੀ ਹੋਈ ਮੰਗ ਦੇ ਚੱਲਦਿਆਂ ਕਿਸੇ ਵੀ ਨਵੀਨੀਕਰਨ ਦੀ ਲੋੜ ਪਈ ਮਾਰਕਫੈਡ ਕਦੀ ਪਿੱਛੇ ਨਹੀਂ ਹੋਈ। ਇਹਨਾਂ ਲੀਹਾਂ ਨੂੰ ਫੋਲੋ ਕਰਦਿਆਂ ਹੀ ਮਾਰਕਫੈਡ ਨੇ 2019 ਦੇ ਵਿੱਚ ਮਾਰਕਫੈਡ ਕੈਟਲ ਫੀਡ ਪਲਾਂਟ ਕਪੂਰਥਲਾ ਜਿਹੜਾ ਸੀ ਉਹ ਨਵਾਂ ਲਗਾਇਆ ਸੀ ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਇਹ ਚੀਜ਼ ਕਹਿੰਦਿਆਂ ਕਿ ਸਾਡੀ ਜਿਹੜੀ ਕਪੂਰਥਲਾ ਪਲਾਂਟ ਦੀ ਸੇਲ ਪਿਛਲੇ 5 ਸਾਲਾਂ ਦੇ ਵਿੱਚ ਘਟਦੀ ਪਈ ਸੀ ਜਦੋਂ ਤੋਂ ਸਾਡਾ ਨਵਾਂ ਪਲਾਂਟ ਹੋਂਦ ਵਿੱਚ ਆਇਆ ਉਹਦੇ 'ਚ ਵਾਧਾ ਕੀਤਾ ਜਾ ਰਿਹਾ ਤੇ ਤੁਸੀਂ ਸਾਰੇ ਇਸ ਚੀਜ਼ ਦੇ ਲਈ ਵਧਾਈ ਦੇ ਪਾਤਰ ਹੋ। ਸਾਡੀ ਸਰਕਾਰ ਸਾਡੀ ਸਾਰੀ ਮੈਨੇਜਮੈਂਟ ਇਸ ਦੇ ਲਈ ਬਹੁਤ ਵਧਾਈ ਦੀ ਪਾਤਰ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਸਾਰਿਆਂ ਦੇ ਲਈ ਸਾਡੀ ਪੰਜਾਬੀਅਤ ਦੇ ਲਈ ਸਾਡੇ ਸਾਰੇ ਦੇਸ਼ ਦੇ ਲਈ ਚੜ੍ਹਦੀ ਕਲਾ ਲੈ ਕੇ ਆਏਗਾ। ਬਹੁਤ ਵਧਾਈ ਤੇ ਬਹੁਤ ਧੰਨਵਾਦ। ਬਹੁਤ ਧੰਨਵਾਦ ਗੁਰਪ੍ਰੀਤ, ਤੁਸੀਂ ਮਾਰਕਫੈਡ ਤੇ ਸਹਿਕਾਰਤਾ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਸੋ ਖੰਨਾ ਪਲਾਂਟ ਜਿੱਥੇ ਅਸੀਂ ਅੱਜ ਸਾਰੇ ਸ਼ਾਮਲ ਹਾਂ 1970 ਤੋਂ ਇਹ ਪਲਾਂਟ ਜਿਹੜਾ ਕਿ ਸਾਡੇ ਲਈ ਬਹੁਤ ਸਾਰੇ ਉਤਪਾਦ ਤਿਆਰ ਕਰ ਰਿਹਾ। ਸੋ ਅੱਜ ਇੱਕ ਨਵੇਂ ਦੋ ਪਲਾਂਟ ਦੇ ਵਿੱਚ ਨਵਾਂ ਯੂਨਿਟ ਆ ਜਿਹੜਾ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਸਾਡੇ ਮਾਨਯੋਗ ਮੁੱਖ ਮਹਿਮਾਨ ਜੀ ਵੱਲੋਂ। ਇਸ ਦੇ ਬਾਰੇ ਬਰੀਫ ਦੇ ਵਿੱਚ ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਐਸਓ ਬਰੀਫ ਦੇ ਵਿੱਚ ਉਹ ਜਾਣਕਾਰੀ ਸਾਂਝੀ ਕਰਨਗੇ। ਆਓ ਜੀ ਪਰਮਜੀਤ। ਬਹੁਤ ਧੰਨਵਾਦ ਸਾਹਿਬ। ਅੱਜ ਦੇ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਚਰਚਾ ਲਾਉਣ ਲਈ ਆਏ ਮੁੱਖ ਮਹਿਮਾਨ ਸਰਦਾਰ ਗੁਰਦੀਪ ਸਿੰਘ ਕੋਟਲੀ ਸਾਹਿਬ, ਸਾਡੇ ਇਲਾਕੇ ਦੇ MLA, ਬੜੇ ਹਰ ਦਿਲ ਅਜ਼ੀਜ਼ ਜਿਨ੍ਹਾਂ ਨਾਲ ਅਸੀਂ ਤਕਰੀਬਨ ਬਹੁਤ ਫੰਕਸ਼ਨਾਂ ਦੇ ਵਿੱਚ ਵਿਚਰਦੇ ਹਾਂ, ਜਿਨ੍ਹਾਂ ਦਾ ਬੋਲਾ ਮੇਲ ਸਾਰ ਸਵਾਰ ਔਰ ਜਿਹੜੇ ਹਰੇਕ ਖੁਸ਼ੀ ਗਮੀ ਦੇ ਵਿੱਚ ਅਕਸਰ ਮੇਲ ਹੁੰਦਾ ਰਹਿੰਦਾ। ਸੋ ਉਹਨਾਂ ਦੇ ਨਾਲ ਆਏ ਪਤਵੰਤੇ ਸੱਜਣ ਸ੍ਰੀ ਵਿਕਾਸ ਮਹਿਤਾ ਜੀ ਤੇ ਉਹਨਾਂ ਨਾਲ ਹਮੇਸ਼ਾ ਸਾਹਿਬ ਆਏ ਸਾਡੇ ਲੋਕਲ ਮੁਅੱਜ਼ਜ਼ ਲੀਡਰ। ਬਹੁਤ ਹੀ ਅੱਛਾ ਲੱਗ ਰਿਹਾ ਕਿ ਮੈਂ ਜ਼ਿਆਦਾ ਗੱਲ ਨੂੰ ਨਾ ਵਿਸਥਾਰ ਦੇ ਵਿੱਚ ਲੈ ਕੇ ਜਾਵਾਂ ਕਿ ਮਾਰਕਫੈਡ ਖੰਨਾ ਪਲਾਂਟ ਇੱਕ ਬੜੀ ਹੀ ਕਿਸਮਤ ਵਾਲਾ 50 ਸਾਲਾਂ ਨਹੀਂ ਹੋ ਸਕਦਾ ਤੇ ਮਾਰਕੀਟ ਜੋ ਅੱਜ ਦਾ ਇਹ ਸਮਾਂ ਆਇਆ ਬਹੁਤ ਹੀ ਭਾਗਾ ਵਾਲਾ ਸਮਾਂ। ਆਪਾਂ ਜੇ ਦੇਖੀਏ ਕਿਉਂਕਿ ਇਸ ਤਾਂ 1971 ਦੇ ਵਿੱਚ ਇਹ ਮਾਰਕੀਟ ਖੰਨਾ ਪਲਾਂਟ ਹੋਣ ਦੇ ਵਿੱਚ ਆਇਆ ਔਰ ਇੱਥੇ ਬਨਸਪਤੀ ਯੂਨਿਟ ਲੱਗਿਆ ਜਿਹਦੀ ਕਪੈਸਿਟੀ 50 ਟਨ ਸੀ ਪ੍ਰਤੀ ਡੇ। ਉਸ ਤੋਂ ਬਾਅਦ ਇਹਦਾ ਵਿਸਥਾਰ ਕੀਤਾ ਗਿਆ। ਇਹ 100 ਟਨ ਦੀ ਕਪੈਸਿਟੀ ਇਹਦੀ 1992 ਦੇ ਵਿੱਚ ਹੋਈ ਔਰ ਮਾਰਕੀਟ ਦਾ ਨਾਮ ਜੋ ਸੋਹਣਾ ਬ੍ਰਾਂਡ ਚੱਲਦਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਜਿਹਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਈਆਂ ਨੇ। ਔਰ ਉਸੇ ਗੱਲ ਨੂੰ ਲੈ ਕੇ ਭਾਵੇਂ ਪਿਛਲੇ ਸਮੇਂ ਦੇ ਵਿੱਚ ਮਾਰਕੀਟ ਦੇ ਵਿੱਚ ਬੜੇ ਤਰ੍ਹਾਂ ਦੇ ਘਿਓ ਆ ਗਏ, ਬੜੇ ਤਰ੍ਹਾਂ ਦੇ ਪ੍ਰੋਡਕਟ ਆ ਗਏ ਬਨਸਪਤੀ ਦੇ, ਰਿਫਾਈਨਡ ਦੇ, ਪਰ ਸੋਹਣੇ ਨੂੰ ਕੋਈ ਮਾਤ ਨਹੀਂ ਦੇ ਸਕਿਆ। ਮੈਂ ਥੋੜੀ ਦੇਰ ਪਹਿਲਾਂ ਹੀ ਇੱਥੇ ਗੱਲ ਕਰ ਰਿਹਾ ਸੀ ਤੇ ਬਈ ਜਦੋਂ ਵੀ ਕੋਈ ਦੁਕਾਨਦਾਰ ਦੇ ਕੋਲ ਕੋਈ ਸੈਂਪਲ ਭਰਨ ਵਾਸਤੇ ਆਉਂਦਾ ਹੈ
ਤਾਂ ਉਹ ਕੀ ਕਰਦਾ ਹੈ, ਉੱਥੇ ਸੋਨੇ ਦਾ ਪ੍ਰੋਡਕਟ ਜ਼ਰੂਰ ਰੱਖਦਾ ਹੈ ਕਿ ਜਦੋਂ ਕੋਈ ਸੈਂਪਲ ਲੈਣ ਆਉਂਦਾ ਤਾਂ ਉਹਨੂੰ ਸੋਨੇ ਦਾ ਪ੍ਰੋਡਕਟ ਅੱਗੇ ਕਰ ਦਿੰਦਾ ਹੈ ਵੀ ਆਹ ਲਓ ਜੀ ਅਸੀਂ ਤਾਂ ਆਹ ਵੇਚਦੇ ਹਾਂ, ਚਾਹੇ ਉਹ ਵੇਚੇ ਨਾ ਵੇਚੇ, ਕੋਈ ਹੋਰ ਵੇਚੇ। ਪਰ ਅੱਜ ਤੱਕ ਮਾਰਕੀਟ ਦਾ ਰਿਕਾਰਡ ਰਿਹਾ ਕਿ ਅੱਜ ਤੱਕ ਮਾਰਕੀਟ ਦਾ ਜਿੰਨੇ ਵੀ ਸੈਂਪਲ ਭਰੇ ਗਏ ਨੇ ਬਨਸਪਤੀ ਦੇ ਰਿਫਾਈਨਡ ਦੇ, ਅੱਜ ਤੱਕ ਫੇਲ ਨਹੀਂ ਹੋਇਆ। ਇਸ ਲਈ ਮੈਂ ਸਾਰਿਆਂ ਨੂੰ ਕਹਿਣਾ, ਪਹਿਲਾਂ ਮਾਰਕੀਟ ਬਨਸਪਤੀ ਐਂਡ ਲਾਈਟ ਇੰਡਸਟਰੀ ਖੰਨਾ, ਇੱਥੋਂ ਦੇ EMPLOYEES ਔਰ ਮੈਨੇਜਮੈਂਟ ਲਈ ਤਾੜੀਆਂ ਹੋ ਜਾਣ। ਬਹੁਤ ਬਹੁਤ ਧੰਨਵਾਦ ਸਰ। ਤੇ ਉਸ ਤੋਂ ਬਾਅਦ ਅੱਗੇ ਵਧਦੇ ਹੋਏ ਅੱਜ 50 ਸਾਲਾ ਸਾਡੇ ਲਈ ਇਹਦੇ ਤੋਂ ਅੱਛਾ ਨਹੀਂ ਹੋ ਸਕਦਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਹਾਰ ਦਿੱਤਾ ਜਾ ਰਿਹਾ ਹੈ 50 ਸਾਲੇ ਦੇ ਉੱਤੇ ਕਿ ਜਿਹੜੇ 23 ਕਰੋੜ ਦੀ ਲਾਗਤ ਦੇ ਨਾਲ ਇੱਥੇ 100 ਟਨ ਕਪੈਸਿਟੀ ਦਾ ਪਲਾਂਟ ਹੈ ਜਿਹੜਾ ਉਹ ਲੱਗੇਗਾ, ਜਿਹਦੇ ਵਿੱਚ ਰੁਜ਼ਗਾਰ ਵੀ ਵੱਧ ਪੈਦਾ ਹੋਣਗੇ ਔਰ ਜੋ ਪ੍ਰੋਡਕਟ ਅਸੀਂ ਪਹਿਲਾਂ ਹੀ ਮਾਰਕੀਟ ਦੇ ਵਿੱਚ ਸਾਡਾ ਅੱਛਾ ਨਾਂ ਹੈ ਉਹਨੂੰ ਹੋਰ ਚਮਕਾਉਣ ਦੇ ਵਿੱਚ ਸਾਨੂੰ ਬਹੁਤ ਮਾਣ ਮਹਿਸੂਸ ਹੋਵੇਗਾ ਲੋਕਾਂ ਦੀ ਸੇਵਾ ਕਰਨ ਵਾਸਤੇ, ਕਿਉਂਕਿ ਇਸ ਪ੍ਰੋਡਕਟ ਦਾ ਕੋਈ ਮਤਲਬ ਮੇਲ ਨਹੀਂ। ਪ੍ਰਾਈਵੇਟ ਵਾਲੇ ਲੱਖ ਕਹਿਣ ਲੇਕਿਨ ਸੋਹਣਾ ਸੋਹਣਾ ਹੀ ਹੈ। ਅੱਜ ਵੀ ਕੋਈ ਵੀ ਬੰਦਾ ਕਿਸੇ ਦੁਕਾਨ ਤੋਂ ਜਾ ਕੇ ਘਿਓ ਮੰਗਦਾ ਤਾਂ ਉਹ ਕਹਿੰਦਾ ਜੇ ਸੋਹਣਾ ਹੈ ਤਾਂ ਦਿਓ। ਸੋ ਉਸੇ ਲੜੀ ਨੂੰ ਅੱਗੇ ਰੱਖਦੇ ਹੋਏ ਇਹ ਪੰਜਾਬ ਸਰਕਾਰ ਦਾ ਉਪਰਾਲਾ, ਅਜਿਹੇ ਮਿਨਿਸਟਰ ਸਾਹਿਬਾਨ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਲੋਕਲ ਮੈਨੇਜਮੈਂਟ ਦਾ ਜਿਨ੍ਹਾਂ ਨੇ ਪ੍ਰਪੋਜ਼ਲਾਂ ਬਣਾ ਕੇ ਦਿੱਤੀਆਂ, ਸ੍ਰੀ ਰਵਿੰਦਰ ਕੁਮਾਰ ਸ਼ਰਮਾ ਜੀ ਜਿਹੜੇ ਇਸ ਪਲਾਂਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕਿ ਪਿਛਲੇ 8 ਸਾਲ ਇਹਨਾਂ ਨੂੰ, ਇਹ ਜਨਵਰੀ ਦੇ ਵਿੱਚ 8 ਸਾਲ ਹੋ ਜਾਣੇ ਨੇ ਕਿ ਔਰ ਇੱਕ ਇਹ GM ਸਾਹਿਬ ਬਾਰੇ ਵੀ ਮੈਂ 2 ਲਫ਼ਜ਼ ਜ਼ਰੂਰ ਕਹਿਣੇ ਚਾਹਾਂਗਾ ਕਿ 8 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਅੱਛਾ ਮਾਰਕੀਟ ਨੂੰ ਨਾਮ ਕਮਾ ਕੇ ਦਿੱਤਾ ਹੈ ਔਰ ਨਫਾ ਵੀ ਕਮਾ ਕੇ ਦਿੱਤਾ ਹੈ ਔਰ ਵਰਕਰ ਵੀ ਇਹਨਾਂ ਦੀਆਂ ਸੇਵਾਵਾਂ ਤੋਂ ਬਹੁਤ ਖੁਸ਼ ਨੇ ਔਰ ਰਿਪਰੈਜ਼ੈਂਟ ਬਹੁਤ ਅੱਛਾ ਕਰ ਰਹੇ ਨੇ। ਸੋ ਅਜਿਹੇ ਅਫੀਸਰ ਬਹੁਤ ਹੀ ਘੱਟ ਕਿਸੇ ਡਿਪਾਰਟਮੈਂਟ ਨੂੰ ਮਿਲਦੇ ਨੇ। ਸੋ ਇਹ ਸਾਰਾ ਸਟਾਫ ਭਾਗਾਂ ਵਾਲਾ ਹੈ। ਸੋ ਉਸ ਤੋਂ ਅੱਗੇ ਚੱਲਦੇ ਹੋਏ ਮਾਰਕੀਟ ਵੱਲੋਂ ਇਸ ਖੰਨੇ ਪਲਾਂਟ ਦੇ ਵਿੱਚ ਜਿੱਥੋਂ ਘਿਓ ਤਾਂ ਆਪਾਂ ਨੂੰ ਪਤਾ ਹੀ ਹੈ, ਤਾਂ ਉਸ ਦੇ ਨਾਲ ਨਾਲ ਸੋਆਬੀਨ ਤੇਲ, ਚਾਵਲ ਤੇਲ, ਕਪਾਹ ਦਾ ਤੇਲ ਜਿਹਨੂੰ ਕਾਟਨ ਸੀਡ ਆਪਾਂ ਕਹਿ ਦਿੰਦੇ ਹਾਂ, ਸੂਰਜਮੁਖੀ ਦਾ ਤੇਲ, ਕਨੋਲਾ ਤੇਲ, ਇਹ ਵੀ ਬਹੁਤ ਅੱਛਾ ਨਾਂ ਕਮਾ ਰਿਹਾ ਔਰ ਵਿਦੇਸ਼ਾਂ ਦੇ ਵਿੱਚ ਜਾਂਦਾ ਹੈ। ਜਿਸ ਤਰ੍ਹਾਂ ਅਨਾਉਂਸਰ ਨੇ ਪਹਿਲਾਂ ਦੱਸਿਆ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਅਸੀਂ ਦੇਖਦੇ ਹਾਂ ਸਾਡਾ ਪ੍ਰੋਡਕਟ ਉੱਥੇ ਸ਼ੋਰੂਮਾਂ ਦੇ ਵਿੱਚ ਪਿਆ ਹੈ। ਮੈਨੂੰ ਪਰਸਨਲੀ ਤੌਰ ਤੇ ਉੱਥੇ ਜਾਣ ਦਾ ਮੌਕਾ ਮਿਲਿਆ ਤਾਂ ਆਸਟ੍ਰੇਲੀਆ ਦੇ ਵਿੱਚ, ਤਾਂ ਜਦੋਂ ਉਹ ਸ਼ੋਰੂਮ ਦੇ ਵਿੱਚ ਮੈਂ ਆਪਣਾ ਸੋਨੇ ਦਾ ਪ੍ਰੋਡਕਟ ਪਿਆ ਦੇਖਿਆ ਤਾਂ ਮੈਨੂੰ ਬਸ ਖੁਸ਼ੀ ਦਾ ਮੇਰਾ ਕੋਈ ਅੰਤ ਨਹੀਂ ਰਿਹਾ ਕਿ ਸਾਡਾ ਪ੍ਰੋਡਕਟ ਬਣਾਇਆ ਹੋਇਆ ਕਿੱਥੋਂ ਤੱਕ ਪਹੁੰਚਿਆ। ਸੋ ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਮਾਰਕੀਟ ਨੇ ਬਹੁਤ ਅੱਛਾ ਉਪਰਾਲਾ ਕੀਤਾ। ਪ੍ਰਪੋਜ਼ਲ ਪੰਜਾਬ ਸਰਕਾਰ ਨੂੰ ਭੇਜੀ, ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ, ਕਾਫੀ ਸਮੇਂ ਤੋਂ ਲਟਕੀ ਹੋਈ ਸੀ, ਜਿਹਦਾ ਅੱਜ ਸੁਭਾਗਾ ਸਮਾਂ ਇਹ 50 ਸਾਲਾ ਸਾਨੂੰ ਮਨਾਉਣ ਦੇ ਵਿੱਚ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਇਸ ਦੀ ਗੁਣਵੱਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਜੋ ਇਹ ਮੌਕਾ ਦਿੱਤਾ ਹੈ ਤਾਂ ਇਹ ਵੀ ਅਸੀਂ ਅਜਾਈਂ ਨਹੀਂ ਜਾਣ ਦੇਵਾਂਗੇ। ਇੱਥੋਂ ਦੇ ਵਰਕਰ, ਇੱਥੋਂ ਦਾ ਸਟਾਫ, ਇੱਥੋਂ ਦੇ ਮੈਨੇਜਮੈਂਟ ਪੂਰੀ ਕੋਸ਼ਿਸ਼ ਕਰਕੇ ਤਨਦੇਹੀ ਨਾਲ ਇਸ ਨੂੰ ਹੋਰ ਨਾਲੋਂ ਅੱਗੇ ਵਧਾਏਗੀ। ਸੋ ਜਿਸ ਤਰ੍ਹਾਂ ਮਾਰਕੀਟ ਆਪਣੇ ਖਾਣ ਵਾਲੇ ਯੂਨਿਟ ਨਿਰਮਿਤ ਉਤਪਾਦਾਂ ਦੀ ਗੁਣਵੱਤਾ ਵਿੱਚ FSSAI ਦੇ ਉਹਦੇ ਦੇ ਮਿਆਰ ਤੇ ਬਿਲਕੁਲ ਸਹੀ ਉਤਰਦੀ ਹੈ ਔਰ ਅੱਗੇ ਤੋਂ ਵੀ ਇਹਨਾਂ ਨਿਯਮਾਂ ਨੂੰ ਲੈਂਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਡਕਟ ਇਸ ਤੋਂ ਵੀ ਅੱਛਾ ਬਣਾਇਆ ਜਾਵੇ। ਅਸੀਂ ਵਾਜਬ ਦਰਾਂ ਤੇ ਕੱਚੇ ਮਾਲ ਨੂੰ ਖਰੀਦਣ ਲਈ ਬਾਜ਼ਾਰ ਦੀ ਨਿਯਮਿਤ ਤੌਰ ਤੇ ਨਿਗਰਾਨੀ ਕਰਦੇ ਹਾਂ ਤਾਂ ਕਿ ਅਸੀਂ ਗਾਹਕਾਂ ਨੂੰ ਆਪਣੇ ਉਤਪਾਦ ਵਾਜਬ ਦਰਾਂ ਤੇ ਮੁਹੱਈਆ ਕਰਵਾ ਸਕੀਏ। ਕੋਵਿਡ ਸਮੇਂ ਦੇ ਦੌਰਾਨ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਮਾੜਾ ਸਮਾਂ ਆਪਣੇ ਉੱਤੇ ਆਇਆ, ਵਿਚਰ ਗਿਆ, ਆਪਾਂ ਪਿਆਰਿਆਂ ਨੂੰ ਵੀ ਗਵਾਇਆ, ਤਾਂ ਉਹਦੇ ਵਿੱਚੋਂ ਵੀ ਅਸੀਂ ਬਹੁਤ ਅੱਛੀ ਤਰ੍ਹਾਂ ਪਾਰ ਪਾਏ ਹਾਂ। ਇੱਥੋਂ ਦੀ ਮੈਨੇਜਮੈਂਟ ਔਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਸਾਲ 2019-20 ਦੇ ਵਿੱਚ ਪਲਾਂਟ ਵੱਲੋਂ ਕੋਵਿਡ ਨਿਯਮਾਂ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਗਈ ਅਤੇ ਪਲਾਂਟ ਦੇ ਸਮੂਹ ਸਟਾਫ ਅਤੇ ਵਰਕਰਾਂ ਦਾ ਟੀਕਾਕਰਨ 100% ਕਰਵਾਇਆ ਗਿਆ। ਕੋਵਿਡ ਦੌਰਾਨ ਪੰਜਾਬ ਸਰਕਾਰ ਦਾ ਸਹਿਯੋਗ ਕਰਦੇ ਹੋਏ ਜੋ ਵੀ ਇਹਨਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ, ਪੰਜਾਬ ਸਰਕਾਰ ਵੱਲੋਂ ਉਹ ਰਾਸ਼ਨ ਕਿੱਟਾਂ ਵੀ ਇੱਥੋਂ ਵੰਡੀਆਂ ਗਈਆਂ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿਛਲੇ 5 ਸਾਲਾਂ ਤੋਂ ਜੇਕਰ ਸਰਕਾਰ ਵੱਲੋਂ ਤੇ ਹੈੱਡ ਆਫਿਸ ਮੈਨੇਜਮੈਂਟ ਵੱਲੋਂ ਵਧੀਆ ਸਾਥ ਮਿਲਿਆ ਤਾਂ GM ਸਾਹਿਬ ਵੱਲੋਂ ਅੱਛਾ ਦਿਸ਼ਾ ਨਿਰਦੇਸ਼ ਦਿੱਤੀ ਗਈ ਔਰ ਅੱਛਾ ਬਿਜ਼ਨਸ ਕੀਤਾ ਗਿਆ। ਤਾਂ ਉਸ ਦੌਰਾਨ ਮੈਂ ਸਿਰਫ 5 ਸਾਲ ਦਾ ਰਿਕਾਰਡ ਬੜਾ ਸ਼ਾਰਟ ਦੇ ਵਿੱਚ ਤੁਹਾਨੂੰ ਮੈਂ ਪੇਸ਼ ਕਰਦਾ ਕਿ 2016-17 ਦੇ ਵਿੱਚ ਮਾਰਕੀਟ ਨੇ 2.34 ਕਰੋੜ ਰੁਪਈਆ ਪ੍ਰੋਫਿਟ ਕਮਾਇਆ
ਉਤਪਾਦਨ 19,164 ਟਨ ਕੱਢਿਆ ਤੇ 19,366 ਦੀ ਵਿਕਰੀ ਕੀਤੀ। ਯੂਟੀਲਾਈਜ਼ ਕਪੈਸਿਟੀ 63% ਰਹੀ। 17-18 ਦੇ ਵਿੱਚ 5 ਕਰੋੜ 24 ਲੱਖ ਅਸੀਂ ਪ੍ਰੋਫਿਟ ਕਮਾਇਆ। 20,493 ਟਨ ਪ੍ਰੋਡਕਸ਼ਨ ਕੱਢੀ, 20,574 ਟਨ ਵਿਕਰੀ ਕੀਤੀ। 2018-19 ਦੇ ਵਿੱਚ 3 ਕਰੋੜ 47 ਲੱਖ ਰੁਪਇਆ ਨੈੱਟ ਪ੍ਰੋਫਿਟ ਕੱਢਿਆ, 18,546 ਟਨ ਪ੍ਰੋਡਕਸ਼ਨ ਕੱਢੀ ਤੇ 18,619 ਟਨ ਅਸੀਂ ਵਿਕਰੀ ਕੀਤੀ। 19-20 ਦੇ ਵਿੱਚ 5 ਕਰੋੜ 7 ਲੱਖ ਪ੍ਰੋਫਿਟ ਕੱਢਿਆ ਤੇ 18,792 ਟਨ ਪ੍ਰੋਡਕਸ਼ਨ ਕੀਤੀ, 18,657 ਟਨ ਅਸੀਂ ਇਹਦੀ ਸੇਲ ਕੀਤੀ। ਇਸੇ ਤਰ੍ਹਾਂ 2020-21 ਦੇ ਵਿੱਚ 6 ਕਰੋੜ 28 ਲੱਖ ਪ੍ਰੋਫਿਟ ਕੱਢਿਆ ਤੇ 18,747 ਟਨ ਪ੍ਰੋਡਕਸ਼ਨ ਕੱਢੀ ਔਰ 18,713 ਟਨ ਵਿਕਰੀ ਕੀਤੀ। ਤੇ ਇਸ ਸਾਲ ਕਰੰਟ ਈਅਰ ਦੇ ਵਿੱਚ ਟਿਲ ਮੰਥ ਨਵੰਬਰ 21 ਤੱਕ 1 ਕਰੋੜ 75 ਲੱਖ ਅਸੀਂ ਪ੍ਰੋਫਿਟ ਕੱਢ ਚੁੱਕੇ ਹਾਂ ਤੇ 11,938 ਟਨ ਪ੍ਰੋਡਕਸ਼ਨ ਕਰ ਚੁੱਕੇ ਹਾਂ ਔਰ ਜਿਹਦੇ 'ਚ 11,928 ਟਨ ਅਸੀਂ ਸੇਲ ਕਰ ਚੁੱਕੇ ਹਾਂ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਨੂੰ ਇਹ ਪ੍ਰੋਡਕਸ਼ਨ ਹੋਰ ਵਧਾਉਣ ਦੇ ਲਈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ, ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ ਇਹ ਖੰਨਾ ਪਲਾਂਟ ਮਾਰਕਫੈਡ ਦਾ ਇੱਕ ਐਸਾ ਯੂਨਿਟ ਹੋਏਗਾ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਇਹਨਾਂ ਲਫ਼ਜ਼ਾਂ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਏ ਹੋਏ ਮਹਿਮਾਨ ਸਾਹਿਬ ਦਾ ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਸਰਦਾਰ ਪਰਮਜੀਤ ਜੀ। ਮੇਰਾ ਖਿਆਲ ਹੈ ਜਿੰਨੇ ਵਧੀਆ ਢੰਗ ਨਾਲ ਇਹਨਾਂ ਨੇ ਸਾਨੂੰ ਇੱਥੋਂ ਦੇ ਤੁਹਾਡੇ ਜਿੰਨੇ ਵੀ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਉਹਨਾਂ ਬਾਰੇ ਦੱਸਿਆ। ਪਹਿਲਾਂ ਵੀ ਗੱਲ ਕਰੀ ਸੀ ਕਿ ਬਚਪਨ ਤੋਂ ਆਪਾਂ ਨੂੰ ਯਾਦ ਹੋਣਾ ਉਹ ਸੋਹਣੇ ਘਿਓ ਵਾਲਾ ਉਹ ਜੋ ਪੈਕਿੰਗ ਆਉਂਦੀ ਹੁੰਦੀ ਸੀ, ਉਹਦੇ 'ਤੇ ਤਸਵੀਰ ਬਣੀ ਹੁੰਦੀ ਸੀ ਪੰਜਾਬੀ ਪਹਿਰਾਵੇ ਵਾਲੀ। ਜਿੰਨੇ ਵਧੀਆ ਢੰਗ ਨਾਲ ਇਹਨਾਂ ਨੇ ਪ੍ਰੋਡਕਟ ਦੱਸੇ ਨੇ, ਆਪਾਂ ਉਹਨੇ ਵਧੀਆ ਢੰਗ ਨਾਲ ਤਾੜੀਆਂ ਨਹੀਂ ਮਾਰੀਆਂ। ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਸਾਰੇ ਵਰਕਰਾਂ ਦਾ, ਇਹਨਾਂ ਸਾਰੇ ਅਫਸਰਾਂ ਦਾ ਜਿਨ੍ਹਾਂ ਨੇ ਹਰੇਕ ਪੱਧਰ 'ਤੇ ਬੜੀ ਮਿਹਨਤ ਨਾਲ ਤਨਦੇਹੀ ਨਾਲ ਆਪਣੇ ਲਈ ਉਹ ਸ਼ੁੱਧ ਪ੍ਰੋਡਕਟ ਤਿਆਰ ਕੀਤੇ ਨੇ। ਅੱਜ ਦੇ ਸਮੇਂ ਮਾਰਕਫੈਡ ਵੱਲੋਂ ਬਹੁਤ ਸਾਰੇ ਪ੍ਰੋਡਕਟ ਸਾਡੇ ਲਈ ਤਿਆਰ ਕੀਤੇ ਜਾਂਦੇ ਨੇ। ਸੋ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਅੱਜ ਅਸੀਂ ਜੋ ਨਵਾਂ ਯੂਨਿਟ ਦਾ ਨੀਂਹ ਪੱਥਰ ਰੱਖਿਆ ਉਸ ਦੇ ਵਿੱਚ ਸਾਰੇ ਸ਼ਾਮਲ ਹਾਂ। ਸਾਡੇ ਵਿੱਚ ਸ਼ਾਮਲ ਨੇ ਸਰਦਾਰ ਟਹਿਲ ਸਿੰਘ ਵੇਲਾ ਜੀ, ਸਰਦਾਰ ਗਿਆਨ ਸਿੰਘ ਬੇਲਾ ਜੀ, ਸਰਦਾਰ ਦਵਿੰਦਰ ਸਿੰਘ ਜੱਲਾ ਜੀ, ਕਰਨੈਲ ਸਿੰਘ ਗਿੱਲ ਜੀ, ਡਾਇਰੈਕਟਰ ਹੋਮ ਭਲਿੰਦਰ ਸਿੰਘ, ਐਕਸ ਡਾਇਰੈਕਟਰ ਮਾਰਕਫੈਡ ਰੁਪਿੰਦਰ ਸਿੰਘ ਰਾਜਾ ਗਿੱਲ ਜੀ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਡਾਕਟਰ ਗੁਰਮੁਖ ਸਿੰਘ ਚਾਹਲ ਜੀ। ਸੋ ਸਾਰਿਆਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਮੈਂ ਸੱਦਾ ਦੇਵਾਂਗਾ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ MLA ਹਲਕਾ ਪਾਇਲ ਤੋਂ ਇੱਕ ਵਰਕਰ ਦੇ ਨਾਲ ਵੀ ਹੇਠਾਂ ਤੱਕ ਜਿਹੜੇ ਦਿਲੋਂ ਜੁੜੇ ਹੋਏ ਨੇ, ਬਹੁਤ ਮਿਹਨਤ ਕਰਦੇ ਨੇ ਆਪਣੇ ਹਲਕੇ ਦੇ ਵਿੱਚ, ਸਰਦਾਰ ਲਖਵੀਰ ਸਿੰਘ ਲੱਖਾ ਜੀ। ਉਹ ਤੁਹਾਡੀਆਂ ਤਾੜੀਆਂ ਦੇ ਵਿੱਚ ਆ ਕੇ ਸਾਡੇ ਰੂਬਰੂ ਹੋਣਗੇ। ਸਰਦਾਰ ਲਖਵੀਰ ਸਿੰਘ ਲੱਖਾ ਜੀ, ਆਓ ਸਰ। ਅੱਜ ਦੇ ਇਸ ਸਮਾਗਮ ਤੇ ਮੁੱਖ ਮਹਿਮਾਨ ਸਾਹ ਗੁਰਕੀਰਤ ਸਿੰਘ ਜੀ, ਉਹਨਾਂ ਦੇ ਨਾਲ ਮੰਚ ਤੇ ਬੈਠੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਜੀ, MD ਮਾਰਕਫੈਡ ਸ਼੍ਰੀ ਵਰਨ ਰੂਜਮ ਜੀ, ਸਮੁੱਚੀ ਸਟਾਫ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਜੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜੱਸੀ ਕਿਸ਼ਨਗੜ੍ਹ ਜੀ, ਹੋਰ ਸਾਰੇ ਸਾਥੀ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮਾਰਕਫੈਡ ਵਿੱਚ ਨਵਾਂ ਯੂਨਿਟ ਦਾ ਉਦਘਾਟਨ ਕੀਤਾ ਗਿਆ, ਉਹਦੇ ਲਈ ਮੈਂ ਸਮੁੱਚੇ ਸਟਾਫ ਨੂੰ ਵਧਾਈ ਦਿੰਦਾ, ਕਿਉਂਕਿ ਕੰਮ ਉੱਥੇ ਵੱਧਦੇ ਨੇ ਜਿੱਥੇ ਸਟਾਫ ਦੀ ਮਿਹਨਤ ਹੋਵੇ, ਲਗਨ ਹੋਵੇ ਤੇ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਲੋਕਾਂ ਦੇ ਵਿੱਚ ਜਾਣ। ਮਾਰਕਫੈਡ ਇੱਕ ਅਜਿਹਾ ਅਦਾਰਾ ਜਿਹਦੇ ਨਾਲ ਅਸੀਂ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਸਾਰੇ ਜੁੜੇ ਹੋਏ ਹਾਂ। ਕੋਈ ਆਪਣਾ ਐਗਰੀਕਲਚਰ ਨੂੰ ਲੈ ਕੇ, ਕੋਈ ਆਪਣੀ ਮਿਹਨਤ ਨੂੰ ਲੈ ਕੇ। ਤਾਂ ਇਹ ਜਿਹੜਾ ਅਦਾਰਾ ਪੰਜਾਬ ਸਰਕਾਰ ਦਾ ਸਾਰਿਆਂ ਨਾਲੋਂ ਵੱਡਾ ਅਦਾਰਾ ਪੰਜਾਬ 'ਚ ਖਾਣ ਪੀਣ ਦੀਆਂ ਵਸਤੂਆਂ ਨੇ ਜਿਹੜੀਆਂ, ਜੇ ਵਧੀਆ ਪੂਰੇ ਪੰਜਾਬ ਜਾਂ ਬਾਹਰਲੀਆਂ ਸਟੇਟਾਂ 'ਚ ਮੰਨੀਆਂ ਜਾਂਦੀਆਂ ਤਾਂ ਸਾਡੇ ਪੰਜਾਬ ਦੇ ਮਾਰਕਫੈਡ ਦੀਆਂ ਜਿਹੜੀਆਂ ਵਸਤੂਆਂ ਨੇ ਖਾਣ ਪੀਣ ਵਾਲੀਆਂ, ਉਹ ਬਹੁਤ ਅੱਛੀਆਂ ਤੇ ਬਹੁਤ ਵਧੀਆ ਮੰਨੀਆਂ ਗਈਆਂ ਨੇ। ਸੋ ਅੱਜ ਜਿੰਨਾ ਨਵਾਂ ਯੂਨਿਟ ਬਣਿਆ, ਉਹਦੇ ਨਾਲ ਇੱਕ ਤਾਂ ਸਾਡੇ ਇਲਾਕੇ 'ਚ ਨੌਜਵਾਨਾਂ ਨੂੰ ਹੋਰ ਰੁਜ਼ਗਾਰ ਮਿਲੂਗਾ। ਪਹਿਲਾਂ ਵੀ ਇੱਥੇ ਦੇ ਜਿਹੜੇ GM ਨੇ ਉਹ ਬੜਾ ਸਾਡੇ ਲੋਕਾਂ ਨੂੰ ਮੋਟੀਵੇਟ ਕਰਦੇ ਨੇ, ਕੰਮ ਵੀ ਦਿਵਾਉਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਇੱਕ ਇਹੋ ਜਿਹਾ
ਸੁਪਨਾ ਦਿਖਾਉਂਦੇ ਨੇ ਵੀ ਜੇ ਕੰਮ ਕਰਾਂਗੇ ਤਾਂ ਅੱਗੇ ਵਧਾਂਗੇ। ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਜਿਹੜੇ ਹਮੇਸ਼ਾ ਐਪਰੀਸ਼ੀਏਟ ਕਰਦੇ ਨੇ ਜੋ ਵੀ ਕੋਈ ਕੰਮ ਕਰ ਉਹਨਾਂ ਨੂੰ ਕਹੀਦਾ। ਤੇ ਤੁਸੀਂ ਸਾਰੇ ਉਰੇ ਆਏ ਹੋ, ਬਹੁਤ ਤੁਹਾਡਾ ਧੰਨਵਾਦ। ਸਾ ਗੁਰਕੀਰਤ ਸਿੰਘ ਜੀ ਹਮੇਸ਼ਾ ਆਪਣੇ ਇਸ ਖੰਨੇ ਲਈ, ਚਾਹੇ ਫੋਕਲ ਪੁਆਇੰਟ ਹੋਵੇ ਚਾਹੇ ਮਾਰਕਫੈਡ ਹੋਵੇ, ਸਰਕਾਰ ਤੋਂ ਜੋ ਵੀ ਡਿਮਾਂਡ ਹੁੰਦੀ ਆ ਪੂਰੀ ਕਰਾ ਕੇ ਲਿਆਉਂਦੇ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ। MLA ਸਾਹਿਬ ਸਰਦਾਰ ਲਖਬੀਰ ਸਿੰਘ ਲੱਖਾ ਜੀ, ਉਹਨਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਸੋ ਅੱਜ ਦੇ ਸਮਾਗਮ ਵਿੱਚ ਪਹੁੰਚੇ, ਉਹਨਾਂ ਦਾ ਧੰਨਵਾਦ। ਹੁਣ ਸਾਡੇ ਮੁੱਖ ਮਹਿਮਾਨ ਜੀ ਕੁਝ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਸਨਮਾਨ ਕੀਤਾ ਜਾਣਾ, ਜਿਨ੍ਹਾਂ ਦਾ ਬਹੁਤ ਵੱਡਾ, ਚਲੋ ਪਹਿਲਾਂ ਇੱਦਾਂ ਕਰ ਲੈਂਦੇ ਆ ਜੀ। ਸੋ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਕਿ ਉਸ ਪਰਿਵਾਰ ਦੇ ਫਰਜ਼ੰਦ ਸਰਦਾਰ ਬੇਅੰਤ ਸਿੰਘ ਜੀ, ਜਿਨ੍ਹਾਂ ਨੇ ਇੱਕ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਲਈ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦੇ ਲਈ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ, ਉਸ ਪਰਿਵਾਰ ਵਿੱਚੋਂ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ, ਮਾਨਯੋਗ ਕੈਬਨਿਟ ਮੰਤਰੀ ਜੀ, ਪਹਿਲਾਂ ਜ਼ੋਰਦਾਰ ਤਾੜੀਆਂ ਹੋ ਜਾਣ ਇਹਨਾਂ ਦੇ ਲਈ। ਉਹ ਸਾਡੇ ਵਿੱਚ ਪਹੁੰਚੇ ਨੇ, ਜਿਨ੍ਹਾਂ ਕੋਲ ਇੰਡਸਟਰੀ ਤੇ ਕਮਰਸ, ਸਾਇੰਸ ਅਤੇ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ ਦੇ ਮਹਿਕਮੇ ਨੇ, ਜਿਹੜੇ ਅਸੀਂ ਕਹੀਏ ਵੀ ਹਰ ਵਰਗ ਨਾਲ ਦਿਲੋਂ जुड़े हुए ने। जिमें किसी ने कहा कि चमन में गुफ्तगू है कि वो आने वाले हैं जिनके पाँव के कांटे भी खुद कांटों ने निकाले हैं, वो शख्सियत साडे विच पहुंचे ने। सो इन्हां दे असीं हुण विचार सुणांगे। आओ जी मानयोग मंत्री साहब। ਅੱਜ ਦੇ ਇਸ ਬਹੁਤ ਹੀ मंत्री साहब सरदार गुरकीरत सिंह कोटली। ਸ਼ਾਨਦਾਰ ਪ੍ਰੋਗਰਾਮ 'ਚ ਮੰਚ ਤੇ ਬਿਰਾਜਮਾਨ ਮੇਰੇ ਨਾਲ ਸਾਥੀ MLA ਵਿਧਾਨ ਸਭਾ 'ਚ ਪਾਇਲ ਤੋਂ ਸਾ ਲਖਵੀਰ ਸਿੰਘ ਜੀ, ਸਾਡੇ ਬਹੁਤ ਹੀ ਸੀਨੀਅਰ ਮੋਸਟ IAS ACS ਸਹਿਕਾਰਤਾ ਸ਼੍ਰੀ ਅਨੁਰਾਗ ਅਗਰਵਾਲ ਜੀ, ਮਾਰਕਫੈਡ ਦੇ ਸਾਡੇ MD ਵਰਨ ਰੂਜਮ ਜੀ, ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੀ, SDM ਖੰਨਾ ਮੈਡਮ ਮਨਜੀਤ ਕੌਰ ਜੀ, ਸਾ ਟਹਿਲ ਸਿੰਘ ਸੰਧੂ ਸਾਹਿਬ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸਾਹਿਬ ਗੁਰਦੀਪ ਸਿੰਘ ਜੀ, ਬਲਾਕ ਸੰਮਤੀ ਦੇ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਜੀ, ਬਲਾਕ ਕਾਂਗਰਸ ਦੇ ਪ੍ਰਧਾਨ ਔਰ PADB ਬੈਂਕ ਖੰਨਾ ਦੇ ਚੇਅਰਮੈਨ ਸਾਹਿਬ ਬੇਅੰਤ ਸਿੰਘ ਜੀ, ਡਾਕਟਰ ਗੁਰਮੁਖ ਸਿੰਘ ਚਾਹਲ ਜੀ, ਹੋਰ ਬਹੁਤ ਤਮਾਮ ਇਸ ਡਿਪਾਰਟਮੈਂਟ ਦੇ ਨਾਲ ਤਾਲੁਕ ਰੱਖਣ ਵਾਲੇ ਅਫਸਰ ਸਾਹਿਬਾਨ, ਸਾਡੇ ਆਗੂ ਸਾਹਿਬਾਨ, ਸਾਹਿਬ ਭਲਿੰਦਰ ਸਿੰਘ ਜੀ ਜਿਹੜੇ ਕਿ ਮਾਰਕਫੈਡ ਦੇ ਡਾਇਰੈਕਟਰ ਵੀ ਰਹੇ ਨੇ, ਉਹ ਵੀ ਇੱਥੇ ਆਏ ਹੋਏ ਨੇ, ਔਰ ਇਲਾਕੇ ਭਰ ਤੋਂ ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਇਲਾਕੇ ਦੇ ਵਿੱਚ ਇਹੋ ਜਿਹੇ ਪਲਾਂਟ ਕੰਮ ਕਰ ਰਹੇ ਹੋਣ, ਔਰ 50 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਇਸ ਪਲਾਂਟ ਨੂੰ ਕੰਮ ਕਰਦੇ ਹੋਏ। ਇਹੋ ਜਿਹੇ ਪਲਾਂਟ ਇਲਾਕੇ ਲਈ ਵਰਦਾਨ ਸਾਬਤ ਹੁੰਦੇ ਨੇ। ਦੇਖੋ ਕਿਹੋ ਜੀ ਅੱਛੀ ਸੋਚ ਦੇ ਨਾਲ ਉਸ ਸਮੇਂ ਮੈਂ MD ਸਾਹਿਬ ਨੂੰ ਪੁੱਛ ਰਿਹਾ ਸੀ, ਜਦੋਂ ਅਸੀਂ ਉੱਥੇ ਸ਼ੁਰੂਆਤ ਕਰ ਰਹੇ ਸੀਗੇ ਨਵੇਂ ਪਲਾਂਟ ਦੀ, ਵੀ ਉਦੋਂ ਕੌਣ ਇੱਥੇ ਆ ਕੇ ਪਲਾਂਟ ਕਦੋਂ ਸ਼ੁਰੂ ਹੋਇਆ, ਤਾਂ ਦੱਸਿਆ ਕਿ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਉਹ ਇੱਥੇ ਆਏ ਸੀਗੇ। ਸੋ ਕਿਹੋ ਜਿਹੇ ਮਹਾਨ ਆਗੂ ਜਿਨ੍ਹਾਂ ਦੀ ਇੱਕ ਬੜੀ ਪੋਜ਼ਿਟਿਵ ਸੋਚ ਸੀਗੀ, ਔਰ ਇਹੋ ਜਿਹੇ ਪਲਾਂਟ ਕਦੇ ਕਦੇ ਲੱਗਦੇ ਨੇ ਕਿਸੇ ਇਲਾਕੇ 'ਚ ਜਿਹੜੇ ਕਿ ਦੇਖੋ ਹੁਣ 50 ਸਾਲ ਹੋ ਗਏ। ਅੱਜ ਜਦੋਂ ਨਵਾਂ ਪਲਾਂਟ ਹੋਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ, ਆਉਣ ਵਾਲੇ 50 ਸਾਲਾਂ ਲਈ ਸਾਡੇ ਇਲਾਕੇ ਲਈ ਇਹ ਕੰਮ ਕਰੇਗਾ, ਕਿੰਨਾ ਰੁਜ਼ਗਾਰ ਮਿਲੇਗਾ। ਇੱਕ ਪੰਜਾਬ ਦਾ ਸਾਡਾ ਡਿਪਾਰਟਮੈਂਟ ਆ ਇਨਵੈਸਟ ਪੰਜਾਬ, ਇਹ ਵੀ ਇੱਕ ਉਸ ਦੇ ਕੜੀ ਹੈ ਕਿ ਇਸ ਮਹਿਕਮੇ ਨੇ ਸਾਡੇ ਨੇ ਸਹਿਕਾਰਤਾ ਮਹਿਕਮੇ ਨੇ ਮਾਰਕਫੈਡ ਨੇ ਇਹ ਇਨਵੈਸਟਮੈਂਟ ਕੀਤੀ ਹੈ, ਔਰ ਇਹਦੇ ਨਾਲ ਇੱਕ ਬੜਾ ਵਧੀਆ ਨਵੀਂ ਟੈਕਨੀਕ ਵਾਲਾ
ਇੱਕ ਅੱਛਾ ਪਲਾਂਟ ਬਣ ਕੇ ਤਿਆਰ ਹੋਏਗਾ। 1.5 ਸਾਲ ਦੇ ਅੰਦਰ ਅੰਦਰ ਹੀ ਇਹ ਜਿਹੜਾ ਪਲਾਂਟ ਸਾਡਾ ਉਹ ਚੱਲਣਾ ਸ਼ੁਰੂ ਹੋ ਜਾਏਗਾ। ਔਰ ਮਾਰਕਫੈਡ ਕਿਉਂਕਿ ਅੱਜ ਦੇ ਨਹੀਂ ਮੈਂ ਦੇਖਦਾ ਆ ਰਿਹਾ ਕਿ ਇੱਕ ਬੜਾ ਅੱਛਾ ਬ੍ਰਾਂਡ ਹੈ। ਇਹ ਕੋਈ ਸਾਡੇ ਇਕੱਲੇ ਪੰਜਾਬ ਦਾ ਹੀ ਨਹੀਂ, ਦੂਰ ਦੂਰ ਤੱਕ ਇਹ ਬ੍ਰਾਂਡ ਨੂੰ ਲੋਕ ਜਾਣਦੇ ਨੇ। ਔਰ ਮਾਰਕਫੈਡ ਨੇ ਵਾਕਈ ਬਹੁਤ ਜ਼ਿਆਦਾ ਤਰੱਕੀ ਕੀਤੀ। ਔਰ ਅੱਜ ਵੀ ਪੰਜਾਬ ਸਰਕਾਰ ਦੇ ਅੰਦਰ ਸਾਡੇ ਇਸ ਮਹਿਕਮੇ ਨਾਲ ਸਾਡੇ ਮੰਤਰੀ ਸਾਹਿਬਾਨ ਸਾਹ ਸੁਖਜਿੰਦਰ ਸਿੰਘ ਰੰਧਾਵਾ ਜੀ, ਜੋ ਕਿ ਅੱਜ ਉਪ ਮੁੱਖ ਮੰਤਰੀ ਨੇ ਪੰਜਾਬ ਦੇ, ਔਰ ਪਿਛਲੇ 3.5-4 ਸਾਲਾਂ 'ਚ ਉਹਨਾਂ ਨੇ ਮਹਿਕਮੇ ਨੂੰ ਬਹੁਤ ਹੀ ਤਰੱਕੀ ਵਾਲੇ ਅੱਗੇ ਲੈ ਕੇ ਗਏ ਨੇ ਪਾਸੇ ਨੂੰ। ਔਰ ACS ਸਾਡੇ ਸਹਿਕਾਰਤਾ ਅਨੁਰਾਗ ਅਗਰਵਾਲ ਜੀ, ਉਹ ਵੀ ਇੱਕ ਬਹੁਤ ਜ਼ਿਆਦਾ ਐਕਸਪੀਰੀਅੰਸਡ, ਇੱਕ ਬਹੁਤ ਪੋਜ਼ਿਟਿਵਿਟੀ ਰੱਖਣ ਵਾਲੇ ਉਹ ਸਾਡੇ ਅਫਸਰ ਨੇ। ਔਰ ਉਹਦੇ ਨਾਲ ਬੜਾ ਰੁਜਮ ਜੀ, ਕਿਉਂਕਿ ਅਸੀਂ ਤਾਂ ਇਹਨਾਂ ਨੂੰ ਕੰਮ ਕਰਦਿਆਂ ਨੂੰ ਦੇਖਦੇ ਹਾਂ, ਔਰ ਬੜੀ ਹੀ ਇਹ ਲਗਨ ਦੇ ਨਾਲ ਕੰਮ ਕਰਦੇ ਨੇ। ਔਰ ਇਹਨਾਂ ਨੇ ਵਾਕਈ, ਕਿਉਂਕਿ ਇਹ ਮਹਿਕਮਾ ਜਿਹੜਾ ਇਹ ਆਮ ਲੋਕਾਂ ਨਾਲ ਜੁੜਿਆ ਹੋਇਆ, ਕੋਆਪਰੇਟਿਵ ਮੂਵਮੈਂਟ ਜਿਹੜੀ ਆ ਇਹ ਆਮ ਲੋਕਾਂ ਨਾਲ ਜੁੜੀ ਹੋਈ ਹੈ। ਔਰ ਅਸੀਂ ਗਰਾਊਂਡ ਲੈਵਲ ਤੋਂ ਇਹ ਮੂਵਮੈਂਟ ਚੱਲਦੀ ਹੈ। ਔਰ ਇਹੋ ਜਿਹੇ ਜਿਹੜੇ ਕੰਮ ਨੇ ਉਹ ਸਾਡੀ ਇਸ ਮੂਵਮੈਂਟ ਨੂੰ ਵੀ ਹੋਰ ਬੜਾਵਾ ਦਿੰਦੇ ਨੇ। ਸੋ ਇਸ ਕਰਕੇ ਅੱਜ ਆਪਾਂ ਸਾਰੇ ਇੱਥੇ ਇੱਕ ਚੰਗੇ ਕੰਮ ਲਈ ਇਕੱਠੇ ਹੋਏ ਹਾਂ। ਔਰ ਮੈਨੂੰ ਪੂਰੀ ਆਸ ਹੈ ਕਿ ਇਹ ਪਲਾਂਟ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਏਗਾ ਔਰ ਸਾਡੇ ਇਲਾਕੇ ਦੀ ਇੱਕ ਤਰੱਕੀ ਔਰ ਖੁਸ਼ਹਾਲੀ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਏਗਾ। ਮੈਂ ਜਿੱਥੇ ਸਮੂਹ ਮਾਰਕਫੈਡ ਦੇ ਜਿੰਨੇ ਵੀ ਸਾਡੇ ਇਸ ਪਲਾਂਟ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ, GM ਸਾਹਿਬ ਨੇ, ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਆਸ ਰੱਖਦਾ ਕਿ ਬੜੀ ਜਲਦੀ ਇਹ ਜਿਹੜਾ ਕੰਮ ਜਿਹੜਾ ਅੱਜ ਸ਼ੁਰੂ ਹੋ ਗਿਆ ਉਹ ਅੱਗੇ ਵਧੇਗਾ ਔਰ ਇਹ ਕੰਮ ਪਲਾਂਟ ਜਿਹੜਾ ਬਣ ਕੇ ਤਿਆਰ ਹੋਏਗਾ ਔਰ ਇਹਦੇ ਨਾਲ ਸਾਨੂੰ ਹੋਰ ਬਹੁਤ ਵੱਡਾ ਫਾਇਦਾ ਹੋਏਗਾ। ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਇਲਾਕੇ ਭਰ ਤੋਂ ਆਏ ਹੋਏ ਸਾਡੇ 5 ਸਰਪੰਚ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹੋਰ ਬਹੁਤ ਹੀ ਪ੍ਰਤਿਸ਼ਠ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਨੇ, ਉਹਨਾਂ ਦਾ ਵੀ ਮੈਂ ਇੱਥੇ ਆਇਆਂ ਨੂੰ ਵੈਲਕਮ ਕਹਿਣਾ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਜੈ ਹਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ, ਜਿਨ੍ਹਾਂ ਨੇ ਮਾਰਕਫੈਡ ਬਾਰੇ ਤੇ ਸਾਡੇ ਜੋ ਇਸ ਡਿਪਾਰਟਮੈਂਟ ਵੱਲੋਂ ਵੱਖ-ਵੱਖ ਉਤਪਾਦ ਸਾਡੇ ਲਈ ਤਿਆਰ ਕੀਤੇ ਜਾਂਦੇ ਨੇ ਉਹਨਾਂ ਬਾਰੇ ਵਿਸਥਾਰ ਸਹਿਤ ਸਾਡੇ ਨਾਲ ਸ਼ਬਦ ਸਾਂਝੇ ਕੀਤੇ ਨੇ। ਅੱਜ ਦੇ ਇਸ ਸਮਾਗਮ ਵਿੱਚ ਉਹ ਪਹੁੰਚੇ ਨੇ, ਉਹਨਾਂ ਦਾ ਇੱਕ ਵਾਰ ਫਿਰ ਅਸੀਂ ਧੰਨਵਾਦ ਕਰਦੇ ਹਾਂ, ਜਿਹੜੇ ਕਿ ਅੱਜ ਦੇ ਇਸ ਸਮਾਗਮ ਦੀ ਸ਼ਾਨ ਵਧਾਉਣ ਲਈ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਪਹੁੰਚੇ ਨੇ। ਅਸੀਂ ਅੱਜ ਦੇ ਇਸ ਸਮਾਗਮ ਵਿੱਚ ਸ਼ਾਮਲ ਸ਼ਖਸੀਅਤਾਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਹਰਦੇਵ ਸਿੰਘ ਰੋਸ਼ਾ ਜੀ, ਚੇਅਰਮੈਨ ਟ੍ਰੇਡ ਸੈੱਲ, ਉਹਨਾਂ ਨੂੰ ਹਾਰਦਿਕ ਜੀ ਆਇਆਂ ਆਖਦੇ ਹਾਂ। ਟਹਿਲ ਸਿੰਘ ਸੰਧੂ ਜੀ, ਡਾਇਰੈਕਟਰ ਸਾਹਿਬ ਮਾਰਕਫੈਡ, ਉਹ ਸਾਡੇ ਵਿੱਚ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਸੋ ਹੁਣ ਮੈਂ ਸੱਦਾ ਦੇਵਾਂਗਾ ਸ਼੍ਰੀ ਰਵਿੰਦਰ ਸ਼ਰਮਾ ਜੀ, GM ਸਾਹਿਬ ਖੰਨਾ, ਇਸ ਪਲਾਂਟ ਦੇ ਜੋ GM ਸਾਹਿਬ ਨੇ, ਕਿ ਉਹ ਆ ਕੇ ਧੰਨਵਾਦ ਕਰਨਗੇ ਸਾਡੇ ਮਾਨਯੋਗ ਅੱਜ ਦੇ ਜੋ ਮੁੱਖ ਮਹਿਮਾਨ ਜੀ ਨੇ। ਇਸ ਤੋਂ ਬਾਅਦ ਕੁਝ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਣਾ। ਸੋ ਹੁਣ ਤੁਹਾਡੇ ਰੂਬਰੂ ਹੋਣਗੇ ਸ਼੍ਰੀ ਰਵਿੰਦਰ ਸ਼ਰਮਾ ਜੀ, GM ਖੰਨਾ ਪਲਾਂਟ। ਆਓ ਸਰ। ਸਭ ਤੋਂ ਪਹਿਲਾਂ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ, ਖਾਸ ਕਰਕੇ ਖੰਨਾ ਪਲਾਂਟ ਲਈ, ਕਿਉਂਕਿ ਅਸੀਂ ਪਿਛਲੇ ਬਹੁਤ ਸਾਲਾਂ ਤੋਂ ਇਸ ਸਮੇਂ ਦੀ ਵੇਟ ਕਰ ਰਹੇ ਸੀਗੇ। ਇਸ ਕਰਕੇ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ। ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੁੰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਬਾਅਦ ਮੈਂ ਅਤੀ ਧੰਨਵਾਦ ਕਰਦਾ ਸਾਡੇ ਅਤੀ ਸਤਿਕਾਰਯੋਗ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ, ਸਾਡੇ ਡਿਪਟੀ ਚੀਫ ਮਿਨਿਸਟਰ ਪੰਜਾਬ, ਜੋ ਕਿ ਕਿਸੇ ਕਾਰਨਾਂ ਕਰਕੇ ਅੱਜ ਨਹੀਂ ਸ਼ਾਮਲ ਹੋ ਸਕੇ, ਬਟ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਉਹਨਾਂ ਦੇ ਇਸ ਉਪਰਾਲੇ ਨਾਲ ਇਹ ਜੋ ਅੱਜ ਦੀ ਘੜੀ ਹੈ ਆਈ ਹੈ ਤੇ ਇਹ ਖੰਨਾ ਪਲਾਂਟ ਦਾ ਜੋ ਸੁਪਨਾ ਹੈ ਉਹ ਸਾਕਾਰ ਹੋਇਆ ਹੈ। ਉਸ ਤੋਂ ਬਾਅਦ ਮੈਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਕੀਰਤ ਸਿੰਘ ਜੀ ਕੋਟਲੀ, ਜੋ ਸਾਡੇ ਆਨਰੇਬਲ ਮਿਨਿਸਟਰ ਪੰਜਾਬ ਇੰਡਸਟਰੀ ਐਂਡ ਕਮਰਸ ਦੇ,
ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਜਦੋਂ ਸਾਨੂੰ ਉਹ ਲੋਕਲ ਏਰੀਆ ਨੂੰ ਬਿਲੋਂਗ ਕਰਦੇ ਨੇ ਇੱਥੇ ਖੰਨਾ ਨੂੰ, ਜਦੋਂ ਸਾਨੂੰ ਉਹਨਾਂ ਦੀ ਸਪੋਰਟ ਦੀ ਲੋੜ ਪੈਂਦੀ ਹੈ, ਉਹ ਸਾਨੂੰ ਬਹੁਤ ਹੀ ਪ੍ਰੇਮ ਪਿਆਰ ਨਾਲ ਡੀਲ ਕਰਦੇ ਨੇ, ਬਹੁਤ ਹੀ ਸਪੋਰਟ ਕਰਦੇ ਨੇ। ਹਰੇਕ ਐਂਗਲ ਤੋਂ ਉਹਨਾਂ ਨੇ ਸਾਨੂੰ ਸਪੋਰਟ ਕੀਤਾ। ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਕਾਲ ਪਿਕ ਕੀਤੀ। ਜਦੋਂ ਮੈਂ ਉਹਨਾਂ ਤੋਂ ਕੋਈ ਹੈਲਪ ਮੰਗੀ ਤਾਂ ਉਹਨਾਂ ਨੇ ਮੈਨੂੰ ਹੈਲਪ ਪ੍ਰੋਵਾਈਡ ਕੀਤੀ। ਸਾਨੂੰ ਉਹਨਾਂ 'ਤੇ ਬਹੁਤ ਮਾਣ ਹੈ ਤੇ ਮੈਂ ਅੱਜ ਉਹਨਾਂ ਦਾ ਇਸ ਸ਼ੁਭ ਮੌਕੇ ਤੇ ਉਹਨਾਂ ਨੇ ਜੋ ਨੀਂਹ ਪੱਥਰ ਰੱਖਿਆ ਹੈ, ਉਸ ਲਈ ਵੀ ਉਹਨਾਂ ਦਾ ਸਪੋਰਟ ਲਈ ਵੀ ਬਹੁਤ ਧੰਨਵਾਦ ਕਰਦਾ। ਉਸ ਤੋਂ ਬਾਅਦ ਮੈਂ ਸਾਡੇ ACS ਸਾਹਿਬ ਆਨਰੇਬਲ ਅਸਿਸਟੈਂਟ ਚੀਫ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਪੰਜਾਬ, ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹ ਵੀ ਸਾਡੇ ਮਹਿਕਮੇ ਲਈ ਬਹੁਤ ਵਧੀਆ ਆਫੀਸਰ ਨੇ, ਬਹੁਤ ਵਧੀਆ ਪੋਜ਼ਿਟਿਵ ਸੋਚ ਵਾਲੇ ਆਫੀਸਰ ਨੇ। ਉਸ ਤੋਂ ਬਾਅਦ ਮੈਂ MLA ਪੈਲ ਸਰਦਾਰ ਲਖਵੀਰ ਸਿੰਘ ਲੱਖਾ, ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹਨਾਂ ਨਾਲ ਵੀ ਮੇਰੀ ਬਹੁਤ ਵਾਰੀ ਫੋਨ ਤੇ ਗੱਲ ਹੁੰਦੀ ਹੈ। ਜੋ ਕੋਈ ਸਾਨੂੰ ਪਲਾਂਟ ਨੂੰ ਸਮੇਂ ਤੇ ਕੋਈ ਲੋੜ ਹੁੰਦੀ ਹੈ, ਉਹ ਸਾਨੂੰ ਕੰਪਲੀਟਲੀ ਸਪੋਰਟ ਕਰਦੇ ਨੇ। ਉਸ ਤੋਂ ਬਾਅਦ MLA ਸਮਰਾਲਾ, ਜੋ ਕਿ ਸਰਦਾਰ ਢਿੱਲੋਂ ਨਹੀਂ ਆ ਸਕੇ, ਉਹ AS ਕਾਲਜ 'ਚ ਬਿਜ਼ੀ, ਕੋਈ ਪ੍ਰੋਗਰਾਮ ਸੀ, ਉੱਧਰ ਬਿਜ਼ੀ ਸੀਗੇ। ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ, ਉਹਨਾਂ ਦਾ ਵੀ ਧੰਨਵਾਦ ਕਰਦਾ। ਉਹਨਾਂ ਦਾ ਪ੍ਰੋਗਰਾਮ ਸੀ ਇੱਥੇ ਆਉਣ ਦਾ, ਬਟ ਕਿਸੇ ਕਾਰਨਾਂ ਕਰਕੇ ਨਹੀਂ ਆ ਸਕੇ। ਉਸ ਤੋਂ ਬਾਅਦ ਮੈਂ ਸਾਡੇ MD ਸ਼੍ਰੀ ਵਰਨ ਰੁਜ਼ਮ, ਮੈਨੇਜਿੰਗ ਡਾਇਰੈਕਟਰ ਮਾਰਕਫੈਡ IAS, ਉਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਨੇ, ਬਹੁਤ ਪੋਜ਼ਿਟਿਵ ਸੋਚ ਵਾਲੇ ਆਫੀਸਰ ਨੇ। ਬਹੁਤ ਪ੍ਰੇਮ ਪਿਆਰ ਨਾਲ ਉਹਨਾਂ ਨੇ ਸਾਨੂੰ ਪਲਾਂਟ ਨੂੰ ਜਿੱਦਾਂ ਉਹਨਾਂ ਨੇ ਕੰਫਰਟੇਬਲ ਮਾਹੌਲ ਬਣਾ ਕੇ ਰੱਖਿਆ, ਜਿਹਦੇ ਕਰਕੇ ਅਸੀਂ ਪਿਛਲੇ 4 ਸਾਲ ਤੋਂ ਤਕਰੀਬਨ ਮੈਂ ਉਹਨਾਂ ਨਾਲ ਕੰਮ ਕਰ ਰਿਹਾ। ਅਸੀਂ ਕੰਸਿਸਟੈਂਟਲੀ ਬਹੁਤ ਵਧੀਆ ਪ੍ਰੋਫਿਟ ਕੱਢ ਰਹੇ ਹਾਂ। ਔਰ ਖੰਨਾ ਪਲਾਂਟ ਦੀ ਹਿਸਟਰੀ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਵੀ ਖੰਨਾ ਪਲਾਂਟ 2007 ਤੱਕ ਲਾਸ 'ਚ ਚੱਲ ਰਿਹਾ ਸੀ। ਉਸ ਤੋਂ ਬਾਅਦ ਹੌਲੀ ਇਹ ਪ੍ਰੋਫਿਟ 'ਚ ਆਉਣਾ ਸ਼ੁਰੂ ਹੋਇਆ। 2014 ਦੇ ਵਿੱਚ ਮੈਂ ਜੁਆਇਨ ਕੀਤਾ। ਉਸ ਤੋਂ ਬਾਅਦ 2014 ਦੇ ਵਿੱਚ ਸਾਡੇ ਜਿਹੜੇ ਫੰਕਸ਼ਨਲ ਹੈੱਡ ਸੀਗੇ, ਚੀਫ ਮੈਨੇਜਰ ਮਾਰਕੀਟਿੰਗ ਮਿਸਟਰ HS ਬੈਂਸ, ਇਹਨਾਂ ਦੀ ਰਹਿਨੁਮਾਈ ਵੀ ਸੀ। ਅਸੀਂ ਬੜੇ ਪੋਜ਼ਿਟਿਵਲੀ ਤੇ ਬੜੀ ਬਰਾਡ ਸੋਚ ਨਾਲ ਡਿਸੀਜਨ ਲੈ ਕੇ ਅਸੀਂ ਐਵਰ ਹਾਈਐਸਟ ਪ੍ਰੋਫਿਟ ਕੱਢਿਆ 2014-15 ਦਾ, ਜੋ ਕਿ ਸਿੰਸ ਇਨਸੈਪਸ਼ਨ ਆਫ ਦਾ ਪਲਾਂਟ ਪਿਛਲੇ 40 ਸਾਲ ਦਾ ਐਵਰ ਹਾਈਐਸਟ ਪ੍ਰੋਫਿਟ ਸੀ, ਜੋ ਕਿ ਤਕਰੀਬਨ 9 ਕਰੋੜ ਪ੍ਰੋਫਿਟ ਸੀ। ਖੰਨਾ ਪਲਾਂਟ ਨੇ ਆਪਣੀ ਹਿਸਟਰੀ ਦੇ ਵਿੱਚ ਪਿਛਲੇ 40 ਸਾਲ ਦੀ ਆਪਣੀ ਹਿਸਟਰੀ ਦੇ ਵਿੱਚ ਕਦੇ ਵੀ 2 ਕਰੋੜ ਤੋਂ ਵੱਧ ਦਾ ਪ੍ਰੋਫਿਟ ਨਹੀਂ ਸੀ ਦੇਖਿਆ। 40 ਸਾਲ ਦੇ ਵਿੱਚੋਂ ਉਹਨੇ 25 ਸਾਲ ਤਕਰੀਬਨ ਲਾਸ ਫੇਸ ਕੀਤਾ ਸੀ, 15 ਸਾਲ ਪ੍ਰੋਫਿਟ ਦੇ ਦੇਖੇ ਸੀ, ਜਿਹਦੇ 'ਚ ਐਵਰ ਹਾਈਐਸਟ ਸਿਰਫ 2 ਕਰੋੜ ਸੀ। ਬਟ 2014-15 ਦਾ ਜੋ ਪ੍ਰੋਫਿਟ ਆਇਆ ਉਹ ਐਵਰ ਹਾਈਐਸਟ ਆਇਆ, ਜੋ ਕਿ ਤਕਰੀਬਨ 9 ਕਰੋੜ ਸੀ। ਉਸ ਤੋਂ ਬਾਅਦ ਸਾਡੇ MD ਸਾਹਿਬ ਆਏ। ਤਕਰੀਬਨ ਇਹਨਾਂ ਨਾਲ ਮੈਂ 4 ਸਾਲ ਤੋਂ ਇਹਨਾਂ ਨਾਲ ਹੀ ਕੰਮ ਕਰ ਰਿਹਾ। ਜੋ ਇਹਨਾਂ ਦੀ ਪੋਜ਼ਿਟਿਵ ਸੋਚ ਰਹੀ, ਜੋ ਇਹਨਾਂ ਦਾ ਪਲਾਂਟ ਨੂੰ ਮਤਲਬ ਜਿੱਦਾਂ ਅਸੀਂ ਜੋ ਇਹਨਾਂ ਤੋਂ ਡਿਮਾਂਡ ਕੀਤੀ, ਇਹਨਾਂ ਨੇ ਸਾਨੂੰ ਸਾਡੀ ਡਿਮਾਂਡ ਪੂਰੀ ਕੀਤੀ। ਸਮੇਂ ਤੇ ਇਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ, ਜਿਹਦਾ ਰਿਜ਼ਲਟ ਇਹ ਹੋਇਆ ਵੀ ਅਸੀਂ 4 ਸਾਲ ਤੋਂ ਕੰਸਿਸਟੈਂਟਲੀ ਤਕਰੀਬਨ 5 ਕਰੋੜ ਦੀ ਐਵਰੇਜ ਦੇ ਨਾਲ ਪ੍ਰੋਫਿਟ ਕੱਢਦੇ ਆ ਰਹੇ ਹਾਂ। ਸਾਡਾ ਜੋ ਮੋਟਿਵ ਹੈ ਸਿਰਫ ਪ੍ਰੋਫਿਟ ਕੱਢਣਾ ਨਹੀਂ ਹੈ। ਸਾਡਾ ਕੋਆਪਰੇਟਿਵ ਦਾ ਜੋ ਮੋਟਿਵ ਹੈ ਉਹ ਲੋਕਾਂ ਨੂੰ ਸਹੀ ਰੇਟ ਤੇ, ਪ੍ਰਾਈਵੇਟ ਪਲੇਅਰਸ ਨੂੰ ਕੰਪੀਟ ਕਰਕੇ ਲੋਕਾਂ ਨੂੰ ਸਹੀ ਰੇਟ ਤੇ, ਲੋਕਾਂ ਨੂੰ ਸਹੀ ਕੁਆਲਿਟੀ ਪ੍ਰੋਵਾਈਡ ਕਰਨਾ ਸਾਡਾ ਮੋਟਿਵ ਹੈ। ਸਿਰਫ ਪ੍ਰੋਫਿਟ ਜਨਰੇਸ਼ਨ ਸਾਡਾ ਮੋਟਿਵ ਨਹੀਂ ਹੈ। ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਅੱਜ ਸਾਡੇ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸ ਦਾ ਬਹੁਤ ਹੀ ਲੰਬੇ ਸਮੇਂ ਤੋਂ ਅਸੀਂ ਵੇਟ ਕਰ ਰਹੇ ਸੀ। ਸੋ ਮੈਂ ਸਾਡੇ MD ਸਾਹਿਬ ਜਿਨ੍ਹਾਂ ਦੇ ਉਪਰਾਲੇ ਕਰਕੇ, ਮੈਂ ਦੁਬਾਰਾ ਕਹਿਣਾ ਕਿ ਸਾਡੇ MD ਸਾਹਿਬ ਨੇ ਬਾਰ-ਬਾਰ ਇਸ ਚੀਜ਼ ਨੂੰ ਜੋ ਹੈ ਮਤਲਬ ਐਫਰਟਸ ਕਰਕੇ ਇਹ ਸਿਰੇ ਚਾੜਿਆ ਪ੍ਰੋਜੈਕਟ। ਅਦਰਵਾਈਜ਼ ਇਹ 20 ਸਾਲ ਤੋਂ ਲਟਕਿਆ ਹੋਇਆ ਪ੍ਰੋਜੈਕਟ ਸੀ ਤੇ ਇਹਨਾਂ ਦੀ ਰਹਿਨੁਮਾਈ ਨਾਲ ਹੀ ਇਹ ਜੋ ਸੰਭਵ ਹੋਇਆ। ਉਸ ਤੋਂ ਬਾਅਦ ਲਾਸਟਲੀ ਮੈਂ ਸਾਡੇ ਡਾਇਰੈਕਟਰ ਸਾਹਿਬਾਨ ਮਾਰਕਫੈਡ ਦੇ ਜਾਂ ਸਾਡੇ ਜੋ ਐਡਮਿਨਿਸਟ੍ਰੇਸ਼ਨ ਦੇ, ਲੋਕਲ ਐਡਮਿਨਿਸਟ੍ਰੇਸ਼ਨ ਦੇ ਜੋ ਆਫੀਸਰ ਨੇ, SDM ਮੈਮ ਮਿਸਿਸ ਮਨਜੀਤ ਕੌਰ, ਜਾਂ ਦੂਜੇ ਜਿਹੜੇ ਆਫੀਸਰ ਨੇ ਸਾਡੇ ਐਸੋਸੀਏਟਡ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਕਸੀਐਨ ਤੇ PSIEC ਦੇ ਐਕਸੀਐਨ ਤੇ ਹੋਰ ਜੋ ਆਫੀਸਰਸ ਆਏ ਨੇ, ਪਲੱਸ ਜੋ ਹੋਰ ਪਤਵੰਤੇ ਸੱਜਣ ਆਏ ਨੇ, ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ।
ਤੇ ਲਾਸਟਲੀ ਮੈਂ ਰਿਕੁਐਸਟ ਕਰਦਾ ਕਿ ਜੋ ਰਹਿ ਗਏ ਨੇ ਜਿਨ੍ਹਾਂ ਨੇ ਰਿਫਰੈਸ਼ਮੈਂਟ ਨਹੀਂ ਲਈ ਸੱਜਣਾ ਨੇ, ਉਹ ਪਲੀਜ਼ ਲੈ ਕੇ ਜਾਣ। ਤੇ ਹੁਣ ਮੈਂ ਇਨਵਾਈਟ ਕਰਦਾ ਜੋ ਮੋਮੈਂਟੋਜ਼ ਅਸੀਂ ਦੇਣੇ ਹੈਗੇ ਨੇ ਸਾਡੇ ਸਤਿਕਾਰਯੋਗ ਜੋ ਲੀਡਰ ਸਾਹਿਬਾਨ ਨੇ, ਉਹ ਤੁਹਾਨੂੰ ਪਲੀਜ਼ ਐਕਸਪਲੇਨ ਕਰਨ। ਥੈਂਕ ਯੂ ਜੀ। ਬਹੁਤ ਬਹੁਤ ਵਧਾਈਆਂ ਇਸ ਯੂਨਿਟ ਦੇ ਲਈ। ਸਾਡੇ ਜੋ ਅੱਜ ਦਾ ਇਸ ਸਮਾਗਮ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਸ਼੍ਰੀ ਰਵਿੰਦਰ ਸ਼ਰਮਾ ਜੀ GM ਸਾਹਿਬ ਨੇ ਦੱਸਿਆ ਕਿ ਜਿੰਨੇ ਪ੍ਰੋਡਕਟ ਤੇ ਜਿੰਨਾ ਇਹਨਾਂ ਨੇ ਪ੍ਰੋਫਿਟ ਇੱਥੋਂ ਕੱਢਿਆ, ਇਸ ਲਈ ਬਹੁਤ ਬਹੁਤ ਵਧਾਈ ਦੇ ਹੱਕਦਾਰ ਨੇ। ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਨੂੰ, ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਨੂੰ, ਕਿ ਉਹ ਕੁਝ ਸਨਮਾਨ ਕਰਨੇ ਨੇ ਸ਼ਖਸੀਅਤਾਂ ਦੇ। ਉਹਨਾਂ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ MD ਮਾਰਕਫੈਡ ਸ਼੍ਰੀ ਵਰਨਰੂਜਮ ਜੀ IAS ਸਾਹਿਬ, ਐਡੀਸ਼ਨਲ ਚੀਫ ਸੈਕਟਰੀ ਸਾਹਿਬ ਅਨੁਰਾਗ ਅਗਰਵਾਲ ਜੀ IAS ਸਾਹਿਬ, ਉਹ ਵੀ ਕਿਰਪਾ ਕਰਕੇ ਅੱਗੇ ਆ ਕੇ ਕੁਝ ਸ਼ਖਸੀਅਤਾਂ ਦੇ ਸਨਮਾਨ ਕਰਨੇ ਨੇ। ਸੋ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਨਮਾਨ ਕੀਤਾ ਜਾਣਾ ਹੈ, ਸਰਦਾਰ ਲਖਵੀਰ ਸਿੰਘ ਲੱਖਾ ਜੀ MLA ਸਾਹਿਬ ਹਲਕਾ ਪਾਇਲ ਤੋਂ, ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਜਾਣਾ ਹੈ। ਬਹੁਤ ਹੀ ਮਾਣਮੱਤੀਆਂ ਸ਼ਖਸੀਅਤਾਂ ਸਟੇਜ ਤੇ ਸੁਸ਼ੋਭਿਤ ਮੰਚ ਤੇ ਬਿਰਾਜਮਾਨ। ਸੋ ਸਾਡੇ ਮੁੱਖ ਮਹਿਮਾਨ ਜੀ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਰਹੇ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ। ਅਸੀਂ ਤਾੜੀਆਂ ਦੇ ਨਾਲ ਉਹਨਾਂ ਦੇ ਸਨਮਾਨ ਦੇ ਵਿੱਚ ਵਾਧਾ ਕਰਾਂਗੇ। ਨਾਲ ਨਾਲ ਅਗਲਾ ਸਨਮਾਨ ਹੈ ਜੀ ਸਰਦਾਰ ਰੁਪਿੰਦਰ ਸਿੰਘ ਰਾਜਾ, ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਰਾਜਾ ਗਿੱਲ ਜੀ, ਸਰਦਾਰ ਰੁਪਿੰਦਰ ਸਿੰਘ ਜੀ। ਅੱਛਾ ਜੀ, ਅਗਲਾ ਸਨਮਾਨ ਹੈ ਜੀ ਸਰਦਾਰ ਯਾਦਵਿੰਦਰ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ। ਸਰਦਾਰ ਯਾਦਵਿੰਦਰ ਸਿੰਘ ਜੀ, ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਅਗਲਾ ਸਨਮਾਨ ਹੈ ਜੀ ਸਰਦਾਰ ਸਤਨਾਮ ਸਿੰਘ ਸੋਨੀ ਜੀ, ਚੇਅਰਮੈਨ ਬਲਾਕ ਸੰਮਤੀ, ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਸਾਡੇ ਮਾਨਯੋਗ ਮੁੱਖ ਮਹਿਮਾਨ ਜੀ ਹੋਰਾਂ ਵੱਲੋਂ। ਅਗਲਾ ਸਨਮਾਨ ਹੈ ਸਰਦਾਰ ਗੁਰਦੀਪ ਸਿੰਘ, ਚੇਅਰਮੈਨ ਮੰਡੀ ਬੋਰਡ। ਮਾਰਕੀਟ ਕਮੇਟੀ ਖੰਨਾ, ਸਰਦਾਰ ਗੁਰਦੀਪ ਸਿੰਘ। ਬਹੁਤ ਬਹੁਤ ਮੁਬਾਰਕਾਂ ਜੀ। ਅਗਲਾ ਸਨਮਾਨ ਹੈ ਸਰਦਾਰ ਹਰਿੰਦਰ ਸਿੰਘ ਕਨੇਜ ਜੀ, ਪੋਲੀਟੀਕਲ ਸੈਕਟਰੀ ਸਾਹਿਬ, ਸਰਦਾਰ ਹਰਿੰਦਰ ਸਿੰਘ ਕਨੇਜ ਜੀ। ਅਗਲਾ ਸਨਮਾਨ ਹੈ ਜੀ ਸ਼੍ਰੀ ਵਿਕਾਸ ਮਹਿਤਾ, ਸਾਬਕਾ ਪ੍ਰਧਾਨ ਨਗਰ ਕੌਂਸਲ, ਵਿਕਾਸ ਮਹਿਤਾ ਜੀ। ਅਗਲਾ ਸਨਮਾਨ ਹੈ ਸਰਦਾਰ ਹਰਦੇਵ ਸਿੰਘ ਰੋਸ਼ਨ ਜੀ। ਅਗਲਾ ਸਨਮਾਨ ਹੈ ਜੀ ਸਰਦਾਰ ਬੇਅੰਤ ਸਿੰਘ ਜੱਸੀ ਜੀ, ਚੇਅਰਮੈਨ ਸਾਹਿਬ। ਦੋ ਸਨਮਾਨ ਹੋਰ ਨੇ ਜੀ। ਅਗਲਾ ਸਨਮਾਨ ਹੈ ਜੀ ਅਮਿਤ ਤਿਵਾਰੀ ਜੀ, ਅਮਿਤ ਤਿਵਾਰੀ ਜੀ। ਸਰਦਾਰ ਗੁਰਮੁਖ ਸਿੰਘ ਚਾਹਲ ਜੀ। ਅਗਲਾ ਸਨਮਾਨ ਹੈ ਜੀ SDM ਮੈਡਮ ਸ਼੍ਰੀਮਤੀ ਮਨਜੀਤ ਕੌਰ ਜੀ, ਉਹਨਾਂ ਦਾ ਸਨਮਾਨ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਅਗਲਾ ਸਨਮਾਨ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ, ਸਾਡੇ ਮਾਨਯੋਗ ਕੈਬਨਿਟ ਮੰਤਰੀ ਜੀ, ਇੰਡਸਟਰੀ ਤੇ ਕਮਰਸ, ਸਾਇੰਸ ਅਤੇ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ ਦੇ
ਮਾਨਯੋਗ ਕੈਬਨਿਟ ਮੰਤਰੀ ਜੀ ਜਿਹੜੇ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ, ਜਿਨ੍ਹਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਨੀਂਹ ਪੱਥਰ ਰੱਖਿਆ ਹੈ ਨਵੇਂ ਯੂਨਿਟ ਦਾ, ਉਹ ਸਾਡੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਤੁਹਾਡੀਆਂ ਤਾੜੀਆਂ ਜ਼ੋਰਦਾਰ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੇ ਸਨਮਾਨ ਦੇ ਵਿੱਚ। ਸੋ ਅੱਜ ਦੇ ਨਵੇਂ ਯੂਨਿਟ ਦੇ ਇਸ ਨੀਂਹ ਪੱਥਰ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਸ਼ਾਮਲ ਹੋਏ ਹੋ। ਹਰ ਵਰਕਰ ਤੇ ਹਰ ਅਫਸਰ ਤੇ ਹਰ ਜੁੜਿਆ ਹੋਇਆ ਉਹ ਕਾਮਾ, ਉਹ ਇਨਸਾਨ ਮਾਰਕਫੈਡ ਦੇ ਨਾਲ ਜੋ ਜੁੜਿਆ ਹੋਇਆ, ਉਹ ਹਰ ਕੋਈ ਵਧਾਈ ਦਾ ਪਾਤਰ ਹੈ। ਅੱਜ ਇੱਕ ਨਵਾਂ ਅਧਿਆਇ ਲਿਖਿਆ ਗਿਆ ਹੈ ਇਸ ਪਲਾਂਟ ਦੇ ਵਿੱਚ। ਸੋ ਸਾਡੇ ਮੁੱਖ ਮਹਿਮਾਨ ਜੀ ਆਏ, ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਅੱਜ ਦੇ ਇਸ ਮੁਬਾਰਕ ਸਮੇਂ ਨੂੰ ਭਾਗਾਂ ਵਾਲਾ ਬਣਾਇਆ ਸੀ। ਉਹਨਾਂ ਦਾ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਅਨੁਰਾਗ ਅਗਰਵਾਲ ਜੀ ਹੋਰਾਂ ਦਾ IAS ਸਾਹਿਬ, ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੀ। ਹਾਂਜੀ, MD ਮਾਰਕਫੈਡ ਸ਼੍ਰੀ ਬਰਨ ਰੂਜਮ ਜੀ IAS ਸਾਹਿਬ, ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸਾਰੀਆਂ ਹੀ ਸ਼ਖਸੀਅਤਾਂ ਦਾ। ਸਾਡੇ ਮਾਨਯੋਗ ਕੈਬਨਿਟ ਮੰਤਰੀ ਜੀ ਦਾ, ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਦਾ, ਉਹਨਾਂ ਦੇ ਨਾਲ ਹਲਕਾ ਪਾਇਲ ਤੋਂ ਲਖਵੀਰ ਸਿੰਘ ਲੱਖਾ ਜੀ ਦਾ, ਸਾਰਿਆਂ ਦਾ ਬਹੁਤ 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 ਧੰਨਵਾਦ। ਕੀ ਸੀ ਸਰ? ਮਾਰਕਫੈਡ ਦਾ ਕਿਉਂਕਿ ਪੁਰਾਣਾ ਪਲਾਂਟ ਇੱਥੇ ਪਿਛਲੇ 50 ਸਾਲ ਤੋਂ ਕੰਮ ਕਰ ਰਿਹਾ, ਤਾਂ ਹੁਣ ਕਿਉਂਕਿ ਉਹਦੀ ਜਿਹੜੀ ਮਿਆਦ ਪੂਰੀ ਹੋ ਗਈ ਸੀਗੀ, ਹੁਣ ਨਵਾਂ ਪਲਾਂਟ ਇੱਥੇ ਲੱਗੀ ਜਾ ਰਿਹਾ ਨਵੀਂ ਇਨਵੈਸਟਮੈਂਟ ਦੇ ਨਾਲ, ਇੱਕ ਅਲਟਰਾ ਮਾਡਰਨ ਪੂਰੀ ਅੱਛੀ ਟੈਕਨੀਕ ਵਾਲਾ, ਔਰ ਇਹਦੇ ਨਾਲ ਸਾਡੇ ਖੰਨੇ ਦੀ ਤਰੱਕੀ ਔਰ ਖੁਸ਼ਹਾਲੀ 'ਚ ਇੱਕ ਨਵਾਂ ਪੱਤਰ ਸਾਹਿਬ। ਮੰਤਰੀ ਸਾਹਿਬ, ਇੱਕ ਜਿਵੇਂ 36,000 ਮੁਲਾਜ਼ਮ ਸਰਕਾਰ ਨੇ ਪੱਕੇ ਕਰਦੇ ਆ, ਦੇਖੋ ਅਲੱਗ-ਅਲੱਗ ਗਵਰਨਮੈਂਟ ਪਾਲਿਸੀਆਂ ਨੇ। ਹੁਣ ਕਿਉਂਕਿ ਜਿੰਨੇ ਵੀ ਮਿਊਨਿਸਪਲ ਕਮੇਟੀਆਂ ਦੇ ਵਿੱਚ ਮੁਲਾਜ਼ਮ ਕੰਮ ਕਰ ਰਹੇ ਸੀਗੇ, ਉਹਨਾਂ ਦੀ ਸਰਕਾਰ ਨੇ ਫੈਸਲਾ ਕੀਤਾ, ਔਰ ਜਦੋਂ ਕੋਈ ਮੰਗ ਉੱਠੇਗੀ ਤਾਂ ਉਸ ਦੇ ਉੱਤੇ ਵੀ ਗੌਰ ਕਰੇਗੀ ਸਰਕਾਰ। ਅਸੀਂ ਤਾਂ ਕਿਸੇ ਨੂੰ ਨਾ ਹੀ ਨਹੀਂ ਕਰ ਰਹੇ। ਸਰਕਾਰ ਨੇ ਜੋ ਇਤਿਹਾਸਿਕ ਫੈਸਲੇ ਕੀਤੇ ਨੇ ਆਮ ਲੋਕਾਂ ਲਈ ਔਰ ਹਰ ਵਰਗ ਦੇ ਲਈ, ਅੱਜ ਤੁਸੀਂ ਠੀਕ ਸਮਝਦੇ ਹੋ ਕਿ ਕਿੰਨਾ ਸਰਕਾਰ ਨੇ ਆਮ ਲੋਕਾਂ ਲਈ ਕੰਮ ਕੀਤਾ ਹੈ। ਡਿਪਟੀ CM ਨੇ ਰੰਧਾਵਾ ਜੀ ਨੇ ਅੱਜ ਕੀ ਕਾਰਨ ਪੈ ਗਿਆ ਜਦੋਂ ਨਹੀਂ ਇੱਥੇ ਪਹੁੰਚ ਸਕੇ? ਉਹਨਾਂ ਦੀ ਕੋਈ ਜ਼ਰੂਰੀ ਚੰਡੀਗੜ੍ਹ ਮੁੱਖ ਮੰਤਰੀ ਜੀ ਨਾਲ ਮੀਟਿੰਗ ਆ ਗਈ, ਇਸ ਕਰਕੇ ਉਹ ਨਹੀਂ ਆ ਸਕੇ। ਉਹਨਾਂ ਨੇ ਆਉਣਾ ਸੀਗਾ, ਪ੍ਰੋਗਰਾਮ ਬਣਿਆ ਹੋਇਆ ਸੀਗਾ, ਪਰ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਾ ਕੇ ਪਲਾਂਟ ਦਾ ਉਦਘਾਟਨ ਕਰੋ ਔਰ ਲੋਕਾਂ ਨਾਲ ਗੱਲਬਾਤ ਕਰੋ। ਸਰ, ਜਿਵੇਂ ਅੱਜ ਨਵੇਂ ਪਲਾਂਟ ਦਾ ਉਦਘਾਟਨ ਕੀਤਾ, ਇਹਦੇ ਨਾਲ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਕਿੰਨੇ ਕੁ ਰੋਜ਼ਗਾਰ ਦੇ ਜਿਹੜੇ ਨਵੇਂ ਮੁਹੱਈਆ ਹੋਣਗੇ ਲੋਕਾਂ ਨੂੰ? ਇਹ ਵੱਡੇ ਰੁਜ਼ਗਾਰ ਪੈਦਾ ਹੋਣਗੇ ਜਦੋਂ ਇਹੋ ਜਿਹੇ ਅੱਛੇ ਪਲਾਂਟ ਲੱਗਦੇ ਨੇ। ਇਹਦੇ ਨਾਲ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੂੰ ਵੀ ਕੰਮ ਕਰਨ ਦਾ ਮੌਕਾ ਲੱਗਦਾ, ਔਰ ਇਨਵੈਸਟਮੈਂਟ ਜਦੋਂ ਨਵੀਂ ਆਉਂਦੀ ਹੈ ਤਾਂ ਉਹਦੇ ਨਾਲ ਇੰਪਲੋਇਮੈਂਟ ਮਿਲਦੀ ਹੈ ਲੋਕਾਂ ਨੂੰ। ਸੋ ਇੱਕ ਇਹ ਬਹੁਤ ਵੱਡਾ ਇੱਕ ਤਰੱਕੀ 'ਚ ਵੱਡਾ ਸਟੈਪ ਹੈ। ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਸਰ? ਲਗਭਗ 23 ਕਰੋੜ ਰੁਪਈਆ ਇਸ ਪਲਾਂਟ ਤੇ ਨਵਾਂ ਲੱਗਣ ਜਾ ਰਿਹਾ। ਮੰਤਰੀ ਸਾਹਿਬ, ਇੱਕ ਜਿਹੜੀ ਸੰਗਰੂਰ ਦੇ ਵਿੱਚ ਰੈਲੀ ਹੋਈ ਹੈ, ਜਿਹੜੀ ਉੱਥੇ ਅਧਿਆਪਕਾਂ ਦੇ ਉੱਤੇ ਜਿਹੜੀ ਲਾਠੀਚਾਰਜ ਕੀਤੀ ਗਈ ਹੈ, ਉਹਦੇ ਬਾਰੇ ਸਰ ਕੀ ਕਹੋਗੇ ਜੀ? ਨਹੀਂ, ਦੇਖੋ ਹਰ ਇੱਕ ਨੂੰ ਆਪਣਾ ਹੱਕ ਹੈ। ਲੋਕਤੰਤਰ ਦੇ ਵਿੱਚ ਕੋਈ ਆਪਣੀ ਮੰਗ ਰੱਖਣੀ, ਕੋਈ ਆਪਣੇ ਹੱਕਾਂ ਲਈ ਲੜਨਾ, ਉਹ ਬਿਲਕੁਲ ਵਾਜਬ ਆ। ਪਰ ਜੇ ਤੁਸੀਂ ਮਿਸਬਿਹੇਵ ਕਰੋਗੇ, ਜੇ ਤੁਸੀਂ ਜਿਹੜੀ ਅਨੁਸ਼ਾਸਨ ਨੂੰ ਭੰਗ ਕਰੋਗੇ, ਤਾਂ ਫਿਰ ਦੂਸਰੇ ਪਾਸਿਓਂ ਵੀ ਕੋਈ ਨਾ ਕੋਈ ਰਿਟੈਲੀਏਟ ਹੋ ਜਾਂਦਾ। ਇਸ ਕਰਕੇ ਸਾਨੂੰ ਅਨੁਸ਼ਾਸਨ 'ਚ ਰਹਿ ਕੇ, ਸਾਨੂੰ ਆਪਣੇ ਦਾਇਰੇ 'ਚ ਰਹਿ ਕੇ ਆਪਣੀਆਂ ਮੰਗਾਂ ਮੰਗਣੀਆਂ ਚਾਹੀਦੀਆਂ ਨੇ। ਔਰ ਸਰਕਾਰ ਨੇ ਨਾ ਨਹੀਂ ਕੀਤੀ ਕਦੇ। ਹਮੇਸ਼ਾ ਸਰਕਾਰ ਦੀ ਇਹ ਪਾਲਿਸੀ ਰਹੀ ਹੈ ਕਿ ਅਸੀਂ ਲੋਕਾਂ ਦੀਆਂ ਮੰਗਾਂ ਮੰਨੀਏ, ਔਰ ਜੇ ਉਹਨਾਂ ਦੀ ਵੀ ਕੋਈ ਮੰਗ ਆ ਤਾਂ ਜ਼ਰੂਰ ਉਹਦੀ ਪੂਰੀ ਕੀਤੀ ਜਾਊਗੀ। ਪਰ ਇਹ ਕੋਈ ਤਰੀਕਾ ਨਹੀਂ ਕਿ ਤੁਸੀਂ ਜਾ ਕੇ ਉੱਥੇ ਹੱਲਾ ਕਰੋ, ਰੌਲਾ ਪਾਓ ਔਰ ਪ੍ਰੋਗਰਾਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੋ। ਇਹ ਨਹੀਂ ਗੱਲ ਠੀਕ। ਇੱਕ ਪਾਰਟੀ ਪ੍ਰਧਾਨ ਸਿੱਧੂ ਜੀ ਦੇ ਆਪਣੇ ਸਟੇਜਾਂ ਦੇ ਉੱਤੇ ਕੈਂਡੀਡੇਟ ਅਨਾਉਂਸ ਕਰਦੇ, ਜਿਹੜੀਆਂ ਕਮੇਟੀਆਂ ਬਣਾਈਆਂ, ਫਿਰ ਉਹਦਾ ਕੀ ਸਰ? ਇਹ ਅਨਾਉਂਸ ਨਹੀਂ ਕੋਈ ਕੀਤਾ ਕੈਂਡੀਡੇਟ। ਇਹ ਸਾਡੀ ਇੱਕ ਸਿਸਟਮ ਆ ਪਾਰਟੀ ਦਾ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜਦੋਂ ਪਾਰਲੀਮੈਂਟਰੀ ਬੋਰਡ ਬੈਠਦਾ ਉਹ ਫੈਸਲਾ ਕਰਦਾ। ਸੋ ਇਸ ਕਰਕੇ ਉਹਨਾਂ ਨੇ ਕਿਸੇ ਦੇ ਹੱਕ 'ਚ ਕੋਈ ਗੱਲ ਵੈਸੇ ਕਹੀ ਹੋਊਗੀ, ਉਹ ਇੱਕ ਵੱਖਰੀ ਗੱਲ ਆ, ਪਰ ਕੋਈ ਕੈਂਡੀਡੇਟ ਨਹੀਂ ਅਨਾਉਂਸ ਹੋਇਆ।